नानक ऐसी मरनी जो मरै तां सद जीवन होए, तां सद जीवन हो। नानक ऐसी मरनी। गुरु प्यारी साध संगत जी, वाहिगुरु जी का खालसा, वाहिगुरु जी की फतेह। ਵੈਲਕਮ ਟੂ ਸਿੱਖ ਫਾਊਂਡੇਸ਼ਨ ਆਫ ਵਰਜੀਨੀਆਜ਼ ਥਰਸਡੇ ਈਵਨਿੰਗ ਦੀਵਾਨ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਸੂਚਿਤ ਕਰਦੇ ਆ ਰਹੇ ਹਾਂ ਕਿ ਜੋ ਸਾਡਾ ਅੱਜ ਦਾ ਦੀਵਾਨ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ। ਸੋ ਦੀਵਾਨ ਰਹਿਰਾ ਸਾਹਿਬ ਜੀ ਦੇ ਪਾਠ ਨਾਲ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ ਸਰਦਾਰ ਰਣਧੀਰ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕੁਝ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ ਅਤੇ ਉਸ ਤੋਂ ਬਾਅਦ ਫਿਰ ਸ਼ਬਦ ਕੀਰਤਨ ਅਤੇ ਫਿਰ ਆਨੰਦ ਸਾਹਿਬ ਅਤੇ ਅਰਦਾਸ ਅਤੇ ਸਮਾਪਤੀ ਹੋਵੇਗੀ। ਹੁਣ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਦੀਵਾਨ ਦੀ ਸ਼ੁਰੂਆਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾ ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਹਿਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ। ਜਾਹੂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇਕ ਓਂਕਾਰ ਸਤਿਗੁਰੂ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਜਿਤ ਭੈ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪ੍ਰੀ ਸੋ ਕਹੀਐ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਾਵਨ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਸੋਹਣ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਤ ਪੜਨ ਰਖੀਸਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਣਿਆ ਮਨਮੋਹਣ। ਸੁਰਗਮਸ਼ ਪਿਆਲੇ, ਗਾਵਨ ਤੁਧਨੋ ਰਤਨੁ ਪਾਏ ਤੇਰੇ। 68 ਤੀਰਥ ਨਾਲੇ, ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਗਾਵਨ ਤੁਧਨੋ ਖਾਣੀ ਚਾਰੇ, ਗਾਵਨ ਤੁਧਨੋ ਖੰਡ ਮੰਡਲ ਬਹਿ ਮੰਡਾ। ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ। ਸਾਚਾ ਸਾਚੇ ਨਾਏ, ਹੈਪੀ ਹੋਸੀ ਜਾਏ ਨ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ। ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ। ਜੋ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੇ। ਫਿਰ ਹੁਕਮ ਨਾ ਕਰਨਾ ਜਾਏ, ਸੋ ਪਾਤਸ਼ਾਹੋ ਸ਼ਾਹ ਪਤ ਸਾਹਿਬ। ਨਾਨਕ ਰਹਿ ਨ ਰਜਾਈ। ਆਸਾ ਮਹਿਲਾ ਪਹਿਲਾ। ਸੁਨ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਓ। ਸਭ ਸੁਰਤੇ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ। ਗਿਆਨੀ ਧਿਆਨੀ
ਗੁਰ ਗੁਰ ਹਾਈ ਕਹਿਣ ਨਾ ਜਾਈ, ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸਚ ਸਵਾਰਨ ਹਾਰਾ। ਆਸਾ ਮਹਿਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਉ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਉਤ ਭੁਖੈ ਖਾਏ ਚਲੀਏ ਦੁਖ, ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਹਿਬ ਸਾਚੇ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ। ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ। ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ। ਦਿੰਦਾ ਰਹਿ ਨਾ ਚੁੱਕੈ ਭੋਗ, ਗੁਣੇ ਹੋਰ ਨਾਹੀ ਕੋਏ। ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆ ਪੁੱਤੇ ਵਡ ਤੇਰੀ ਦਾਤ। ਜਿਨ ਦਿਨ ਕਰਕੈ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ। ਨਾਨਕ ਨਾਵੈ ਬਾਸਨਾਤ, ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮਿਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਿ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪ੍ਰਿਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ। ਗੁਰ ਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਮਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਜਗ ਸੰਭਾਏ, ਠਾਕੁਰ ਕਾਇ ਮਨ ਭਉ ਕਰਿਆ। ਉਡੇ ਉਡਾਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕੌਣ ਖਿਲਾਵੈ ਕੌਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਿਲਾ ਚੌਥਾ। ਸੋ ਪੁਰਖ ਏਕ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰ ਅਗਮਾ ਅਗਮ ਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ। ਹਰ ਸੱਚੇ ਸਿਰਜਨਹਾਰਾ, ਸਭ ਜੀ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ। ਸਭ ਦੁਖ ਵਿਸਾਰਨਹਾਰਾ, ਰਾਪੇ ਠਾਕੁਰ ਰਾਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ। ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ। ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ। ਜਨ ਨਾਨਕ ਤਿਨ ਕੁਰਬਾਨਾ, ਹਰ ਧਿਆਵੈ ਤੁਧ ਜੀ। ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭੈ। ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ।
तब तापै जपै बेअंता, तेरे अनेक पढ़ै बहु सिमरत शास्त्र जी। कर क्रिया खट करम करंता, से भगत भले जन नानक जी। जो भावै मेरे हर भगवंता, तू आदि पुरख अपरंपर करता जी। तू जेवड़ वरना कोई, तू जुग जुग एको सदा सदा तू एको जी। तू निश्चल करता सोई, तुदे आपे भावै सोई वरतै जी। तू आपे करे सो होई, तुदे आपे शिष्ट सब उपाय जी। तुदे आपे सिरज सब गोई, जन नानक गुण गावै करते के जी। जो सबसे का जानोई, आसा महला चौथा। तू करता सचियार मैंडा साईं, जो तू भावै सोई थीसी, जो तू दे सोईओ पाई रहाओ। सब तेरी तू सब नित आया, जिसनों कृपा करै तिन नाम रतन पाया। गुरमुख लाधा मनमुख गवाया, तुद आप छोड़िया आप मिलाया। तू दरियाओ सब तुझी माए, तुझ में दूजा कोई ना है जी। जन सब तेरा खेल, विजोग मिल बिछड़िया संजोगी मेल। जिसनों तू जाना है सोई जन जाने, हर गुण सदे आख उखाणै। जिन हर सेविया तिन सुख पाया, सहजे ही हर नाम समाया। तू आपे करता तेरा किया सब होए, तुद बिन दूजा वरना कोय। तू कर कर वेखै जाने सोए, जन नानक गुरमुख प्रगट होए। आसा महला पहला। तित सरवरडै पहिले निवासा, पानी पावक तिन्ह किया। पंकज मोह भगनी चालै, हम देखा तह डूबी अले। मन एक ना चित समूढ़ मना, हर बिसरत तेरे गुण गलिया रहाओ। ना हो जति सती नहीं पड़िया, मूर्ख मुगदा जन्म भया। प्रणवत नानक तिनकी सरना, जिंतु नाही बिसरिया। आसा महला पंजवा। भई प्रापत मान खुदे हुरिया, गोबिंद मिलन की एह तेरी बरिया। अवर काज तिरक तन काम, मिल साध संगत भज केवल नाम। सरंजाम लाग भाव जल तरण कह, जन्म बिरथा जा तरंग माया कह रहाओ। जप तप संजम धर्म ना कमाया, सेवा साध न जान्या हर राया। कहो नानक हम नीच करम, शरण परे की राखो शर्मा। जप तप संजम धर्म ना कमाया, सेवा साध न जान्या हर राया। कहो नानक हम नीच करम, शरण परे की राखो शर्मा। पातशाही दसवीं कब्यो बाच बेनती चौपई। हमरी करो हाथ दे रक्षा, पूर्ण होए चित्त की इच्छा। तब चरणन मन रहे हमारा, अपना जान करो प्रतिपारा। हमरे दुष्ट सब है तुम कावो, आप हाथ दे मोहे बचावो। सुखी वसै मोरो परिवारा, सेवक सिख सब है करतारा। मोर अच्छा निज कर दय करिए, सब बैरन को आज संघरिए। पूर्ण होए हमारी आशा, तोर भजन की रह प्यासा। तुम्हें छाड़ कोई अबर ना ध्याऊं, जो बर चाऊं सो तुम ते पाऊं। सेवक सिख हमारे तारिए, चुन चुन सत्र हमारे मारिए। आप हाथ दे मुझे उबरिए, मरण काल का त्रास निवरिए। हूँ जो सदा हमारे पच्छा, श्री अस्तु जो करो रक्षा। राख ले हो मोह राखण हारे, साहिब संत साहिब प्यारे। दीन बंद दुष्टन के हंता, तुम हो पुरी चतुर्दश कंता। काल पाए ब्रह्मा भवतरा, काल पाए शिवजू अवतरा। काल पाए कर विष्णु प्रगासा, सगल काल का किया तमाशा। जमन काल जोगी शिव कियो, वेदराज ब्रह्मा जो थियो। जमन काल सब लोक सवारा, नमस्कार है ताए हमारा। जमन काल सब जगत बनायो, देव दैत जछन पुजायो। आद अंत कै अवतारा, सोई गुरु समझियो हमारा।
नमस्कार तिसहि को हमारे, सकल प्रजा जिन आप सवारे। शिव कर्ण को शिव गुण सुख दियो, सतरन को पलमो बद कियो। खट खट के अंतर की जानत, भले बुरे की पीर पछानत। चीटी ते कुंचर अस्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछान, घट घट के पट पट की जान। जब उद कर करा करतारा, प्रजा धरत तब देह पारा। जब या करख करत हूँ कब हूँ, तुम मैं मिलत देह तर सब हूँ। जेते बदन शिष्ट सब तहारे, आप अपनी बूझ उचारे। तुम सब ही ते रहत निरालम, जानत वेद भेद दरयालम। निरंकार निर्विकार निलंब, आद अनीलन आद संभ। ताका मुड़ उचारत भेदा, जाको भेव न पावत वेदा। ताको कृपाहन अनुमानत, महामूढ़ कछ भेद न जानत। महादेव को कह सदा शिव, निरंकार का चिन्हत न भेव। आप अपनी बुद्ध है जेते, वर्णत भिन्न भिन्न तोह तेते। तुमरा लखा न जाय पसारा, कह विध सजा प्रथम संसारा। एक रूप अनूप स्वरूपा, रंक भयो राव कही भूपा। डजे रसे तज कीने, उत भुज खान बहुर रच दीने। कहूँ फूल राजा है बैठा, कहूँ सिमट भयो शंकर कैठा। सगरी शिष्ट दिखाई अचम भव, आज जुगा स्वरूप स्वयं भव। अब रक्षा मेरी तुम करो, सिख वार्या सिख संघरो। दुष्ट जिते उठवा तुतपाता, सकल मलेश करो रण घाता। जे अस्तु तव सरणी परे, तिनके दुष्ट दुख तू है मरे। पुरख जोन पग परे तिहारे, तिनके तुम संकट सब टारे। जो कल को एक बार ते आए हैं, ताके काल निकटने आए हैं। रक्षा होय ताए सब काला, दुष्ट अरिष्ट टरै तत्काला। कृपा दृष्ट तन जाय निहर हो, ताके ताप तनक मोहर हो। रिद्ध सिद्ध कर्मो सब होई, दुष्ट छाछ वह सकै न कोई। एक बार जिन तुम्हें संभारा, काल फास्ते ताहें उबारा। जिन नर नाम तिहारो कहा, दार दुष्ट दोख ते रहा। खड़ग के तुम्हें शरण तिहारी, आप हाथ दे लेहो उबारी। सर्ब ठोर मो हो सहाई, दुष्ट दोख ते लेहो बचाई। खड़ग केत मैं शरण तिहारी, आप हाथ दे लेहो उबारी। सर्ब ठोर मो हो सहाई, दुष्ट दोख ते लेहो बचाई। सवैया पाए गए जब ते तुमरे, तब ते को आग तेरे नहीं आन्यो। राम रहीम पुराण कुरान अनेक कह मत एक ना मान्यो। सिमरत शास्त्र वेद सब है, बहु भेद कहे हम एक ना जान्यो। श्री अस्पान कृपा तुमरी, कर मैं ना कहो। सब तोहे बखान्यो, दोहरा सगल दुआर को। छाड़ के गयो तुहारो द्वार, बाहे गहे की लाज अस। गोविंद दास तुहार, सगल दुआर को छाड़ के गयो तुहारो द्वार। बाहे गहे की लाज अस, गोविंद दास तुहार। राम कली महला तीजा, आनंद ओंकार सतगुरु प्रसाद। आनंद पया मेरी माए, सतगुरु मैं पाया। सतगुरु तां पाया सहज छेती, मन वजियां बधाइयां। राग रतन प्रवार प्रिया, शब्द गावणे आईयां। शब्दोतां गाओ हरि केरा, मन जिनी बसाया। कहे नानक आनंद होवा, सतगुरु मैं पाया। ए मन मेरे आ तू सदा रहो हर नाले। हर नाल रहो तू मन मेरे, दुख सब विसारना। अंगीकार ओ करे तेरा, कर सब सवारना। सबना गला समरत स्वामी, सो कमनो विसारे। कह नानक मन मेरे, सदा रहो हर नाले। साचे साहिबा क्या नाही कर तेरै,
ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ। ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੂ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਆਨੰਦ ਵਾਜੇ। ਆਨੰਦ ਸੁਨੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ। ਪੂਰੇ ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ठाकुर का पैयो, जिसका सबस आधारो। जे को खावे जे को पहुँचै, तिसका होए उधारो। एह वस्त तजी न जाई, नित नित रख उरतारो। तम संसार चरण लग तरिए, सब नानक ब्रह्म पसारो। श्लोक महला पंजवा। तेरा कीता जातो नाही, मैनू जोग कीतोई। मैं निर्गुण यारे को गुण नाही, आपे तरस पयोई। तरस पया मेहरामत होई, सतगुर सज्जन मिलिया। नानक नाम मिलै तां जीवा, तन मन थीवै हरिया। तरस पया मेहरामत होई, सतगुर सज्जन मिलिया। नानक नाम मिलै तां जीवा, तन मन थीवै हरिया। पौड़ी तिथै तू समरथ, जिथै कोई ना है उथै तेरी रख। अग्नि उधर माहे, सुन कै जम के दूत ना त्रै छड़ जाहे। पहो जल बिख मसगाहा, गुर शब्दी पार पाहे। जिनको लगी प्यास अमृत से खाए, कल मैं एहो पुण्य गुण गोबिंद गाए। सब सैनो कृपाल संभाले साय साहे, बिरथा कोई न जाए जे आवे तुद आए। श्लोक महला पंजवा। अंतर गुर आराधना, जिहवा जप गुरु नाओ। नेत्री सतगुरु पेखना, सरवणी सुनना गुरु नाओ। सरवणी सुनना गुरु नाओ, सतगुर छेती रत्या। दरगह पाइए ठाओ, कहो नानक कृपा करे जिसनु एह वथ दे। जग में उत्तम कांडिए विरलै कई के। महला पंजवा। रखे रखनहार आप उबारियन, गुर के पैरी पाए काज सवारियन। हुआ आप दयाल मनो ना विसारियन, साजना के संग पहो जल तारियन। साकत निंदक दुष्ट खिन माहे विदारियन, तिस साहिब की टेक नानक मन है माहे। जिस सिमरत सुख होए, सगले दुख जाहे। तिस साहिब की टेक नानक मन है माहे। जिस सिमरत सुख होए, सगले दुख जाहे। वाहिगुरु जी का खालसा, वाहिगुरु जी की फतेह।
ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੀਵਾਨ ਦੇ ਸ਼ੁਰੂ ਵਿੱਚ ਸਾਡੀ ਆਡੀਓ ਦੀ 5 ਮਿੰਟ we had an issue with audio, so probably you couldn't hear my opening statement. So ਮੈਂ ਦੁਬਾਰਾ ਰਿਪੀਟ ਕਰਨੀ ਚਾਹਾਂਗਾ ਕਿ ਸਾਧ ਸੰਗਤ ਜੀ, ਜੋ ਅੱਜ ਦਾ ਸਾਡਾ ਦੀਵਾਨ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਅਤੇ ਹੁਣ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਸਰਦਾਰ ਰਣਧੀਰ ਸਿੰਘ ਜੀ ਚਟਵਾਲ 15 ਮਿੰਟ ਸੰਗਤਾਂ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਅਤੇ ਉਸ ਤੋਂ ਬਾਅਦ ਫਿਰ 15-20 ਮਿੰਟ ਦਾ ਕੀਰਤਨ ਹੋਵੇਗਾ ਅਤੇ ਫਿਰ ਆਨੰਦ ਸਾਹਿਬ ਅਰਦਾਸ ਅਤੇ ਹੁਕਮਨਾਮਾ। ਸੋ ਅੱਜ ਦਾ ਪ੍ਰੋਗਰਾਮ ਹੈ ਜੋ ਉਹ 10-15 ਮਿੰਟ ਲੰਬਾ ਹੋਵੇਗਾ। ਸੋ ਆਸ ਹੈ ਕਿ ਸਮਾਪਤੀ 8:15 ਦੇ ਕਰੀਬ ਹੋਵੇਗੀ ਅਤੇ ਹੁਣ ਮੈਂ ਸਰਦਾਰ ਰਣਧੀਰ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਨਾਲ ਆਪਣੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਦੇ ਵਿੱਚ ਸੁਸ਼ੋਭਿਤ ਸਾਧ ਸੰਗਤ ਜੀ ਤੇ ਨਾਲ ਹੀ ਇੰਟਰਨੈਟ ਤੇ ਜਿਨ੍ਹਾਂ ਨੇ ਜੁਆਇਨ ਕੀਤਾ ਹੈ ਸਰੋਤਿਆਂ ਨੂੰ ਆਓ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਰੋਜ਼ ਹੀ ਜਦੋਂ ਅਰਦਾਸ ਕਰਦੇ ਹਾਂ ਤੇ ਜ਼ਰੂਰ ਕਹਿੰਦੇ ਹਾਂ ਉਹਦੇ ਵਿੱਚ ਤੇਗ ਬਹਾਦਰ ਸਿਮਰਿਏ, ਕਰ ਨੋਨ ਦੇ ਆਵੇ ਤਾਏ, ਸਭ ਥਾਈਂ ਹੋਏ ਸਹਾਏ। ਸੋ ਸਭ ਤੁਸੀਂ ਧਿਆਨ ਦਿਓਗੇ ਅਰਦਾਸ ਦੇ ਵਿੱਚ ਸਵਾਏ ਗੁਰੂ ਹਰਕ੍ਰਿਸ਼ਨ ਜੀ ਦੇ ਸਿਰਫ ਇੱਕ ਪੰਕਤੀ ਲਿਖੀ ਗਈ ਹੈ, ਜਿਸ ਤਰ੍ਹਾਂ ਕਿ ਗੁਰੂ ਅੰਗਦ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਤਿੰਨਾਂ ਦੇ ਵਾਸਤੇ ਇੱਕ ਪੰਕਤੀ ਲਿਖੀ ਗਈ ਹੈ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਇੱਕੋ ਪੰਕਤੀ ਵਿੱਚ ਤਿੰਨੋਂ ਲਿਖੇ ਗਏ ਹਨ। ਲੇਕਿਨ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਵਾਰੀ ਆਈ ਹੈ ਤਾਂ ਉਹਨਾਂ ਨੇ ਲਿਖਿਆ ਗੁਰੂ ਤੇਗ ਬਹਾਦਰ ਸਿਮਰਿਏ, ਕਰ ਨੋਨ ਦੇ ਆਵੇ ਤਾਏ, ਸਭ ਥਾਈਂ ਹੋਏ ਸਹਾਏ। ਸੋ ਦੇਰ ਇਜ਼ ਸਮਥਿੰਗ ਸਪੈਸ਼ਲ ਇੱਥੇ, ਕੁਝ ਨਾ ਕੁਝ ਖਾਸ ਚੀਜ਼ ਹੈ ਤਾਂ ਕਿ ਗੁਰੂ ਸਾਹਿਬ ਨੇ ਸਪੈਸ਼ਲ ਇੱਕ ਪੰਕਤੀ ਦੇ ਵਿੱਚ ਦੋ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਦੇ ਨੂੰ ਬਿਆਨ ਕੀਤਾ ਹੈ, ਗੁਰੂ ਸਾਹਿਬ ਨੂੰ ਸਿਮਰਨ ਵਾਸਤੇ ਕਿਹਾ ਹੈ। ਉਸ ਤੋਂ ਬਾਅਦ ਬਚਿੱਤਰ ਨਾਟਕ ਦੇ ਵਿੱਚ ਵੀ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਸੋ ਐਸਾ ਕੀ ਕੀਤਾ ਸੀ ਗੁਰੂ ਸਾਹਿਬ ਨੇ ਜਿਹਦੇ ਬਾਰੇ ਕਿ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਰਿਆ ਕਿਸੇ ਨੇ ਅੱਜ ਤੱਕ ਕੀਤੀ ਨਹੀਂ। ਆਓ ਮਿਲ ਜੁਲ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰੀਏ। ਜਦੋਂ ਪਿੱਛੇ ਪਿਛੋਕੜ ਜਾਈਏ ਤਾਂ ਗੁਰੂ ਸਾਹਿਬ ਦਾ ਅਵਤਾਰ ਸੰਨ 1621 ਅਪ੍ਰੈਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਹੋਇਆ। ਆਪ ਜੀ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੀ ਤੇ ਮਾਤਾ ਉਹਨਾਂ ਦਾ ਨਾਮ ਨਾਨਕੀ ਜੀ ਸੀਗਾ। ਸੋ ਉਹਨਾਂ ਦੇ ਕੁੱਲ 6 ਸੰਤਾਨਾਂ ਸੀ। ਗੁਰੂ ਤੇਗ ਬਹਾਦਰ ਜੀ ਸਭ ਜੀ ਦੇ ਨਾਲ ਸਭ ਤੋਂ ਛੋਟੇ ਸੀਗੇ ਤੇ ਬਚਪਨ ਦੇ ਵਿੱਚ ਇਹਨਾਂ ਦਾ ਨਾਮ ਤਿਆਗਮਲ ਰੱਖਿਆ ਸੀਗਾ। ਲੇਕਿਨ ਘਰ ਦੇ ਵਿੱਚ ਸਭ ਨਾਲੋਂ ਛੋਟੇ ਹੋਣ ਦੇ ਕਾਰਨ ਸਭ ਨਾਲੋਂ ਜ਼ਿਆਦਾ ਪਿਆਰ ਆਪ ਜੀ ਨੂੰ ਮਿਲਦਾ ਸੀ। ਜਿਸ ਤਰ੍ਹਾਂ ਕਿ ਲਿਖਿਆ ਹੈ, ਜਨਨੀ ਕੇ ਹੋਤ ਅਨੇਕ ਸੁਤ, ਸਭ ਹੀ ਤੇ ਅਧਿਕ ਪਿਆਰੋ ਸੁਤ ਗੋਦ ਕੋ। ਕਿ ਇੱਕ ਮਾਤਾ ਦੇ ਕਿੰਨੇ ਵੀ ਬੱਚੇ ਹੋਣ, ਸਭ ਨਾਲ ਜ਼ਿਆਦਾ ਜਿਹੜਾ ਪਿਆਰ ਹੈ ਉਹ ਜਿਹੜਾ ਸਭ ਨਾਲ ਛੋਟਾ ਹੁੰਦਾ ਹੈ ਗੋਦ ਵਿੱਚ, ਉਹਨੂੰ ਮਿਲਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ, ਗੁਰੂ ਸਾਹਿਬ ਜੀ ਘਰ ਦੇ ਬਹੁਤ ਪਿਆਰੇ ਸਨ। ਜਿਹੜੇ ਉਹਨਾਂ ਦੇ ਬਾਕੀ ਸਿਬਲਿੰਗ ਸਨ, ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸੀਗੇ। ਉਸ ਤੋਂ ਬਾਅਦ ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ, ਅਤੇ ਉਹਨਾਂ ਦੀ ਇੱਕ ਸਿਸਟਰ ਵੀ ਸੀਗੀ, ਇਹਨਾਂ ਭੈਣ ਸੀਗੀ ਵੱਡੀ, ਜਿਹਦਾ ਨਾਂ ਸੀ ਬੀਬੀ ਵੀਰੋ ਜੀ। ਸੋ ਇਸ ਪਰਿਵਾਰ ਦੇ 'ਚ ਆਪ ਵੱਡੇ ਹੋਏ। ਜਨਮ ਅੰਮ੍ਰਿਤਸਰ ਦੀ ਧਰਤੀ 'ਤੇ 1621 ਦੇ ਵਿੱਚ ਹੋਇਆ। ਬਚਪਨ ਦੇ ਵਿੱਚ ਆਪ ਜੀ ਨੂੰ ਸ਼ੁਰੂ ਤੋਂ ਹੀ ਕਾਫੀ ਚੀਜ਼ਾਂ ਸਿਖਾਈਆਂ ਗਈਆਂ, ਜਿਹਦੇ 'ਚ ਭਾਈ ਗੁਰਦਾਸ ਜੀ ਦਾ, ਭਾਈ ਬਾਬਾ ਬੁੱਢਾ ਜੀ ਦਾ ਬੜਾ ਵੱਡਾ ਹੱਥ ਹੈ। ਉਹਨਾਂ ਨੇ ਆਪ ਜੀ ਨੂੰ ਹਿੰਦੀ, ਉਰਦੂ, ਫਾਰਸੀ, ਬ੍ਰਜ ਭਾਸ਼ਾ ਸਭ ਕੁਝ ਸਿਖਾਇਆ। ਉਸ ਤੋਂ ਬਾਅਦ ਘੋੜਸਵਾਰੀ ਵਗੈਰਾ ਬਾਬਾ ਬੁੱਢਾ ਜੀ ਨੇ ਸਿਖਾਈ ਅਤੇ ਕਿਰਪਾਨ ਚਲਾਉਣ ਦੀ ਜਿਹੜੀ
ਤਰੀਕੇ ਹੈਗੇ ਹਨ ਜਾਂ ਜਿਹੜੀਆਂ ਕਰਾਮਾਤਾਂ ਹਨ, ਕਰਾਮਾਤ ਨਹੀਂ ਕਹਿਣਾ, ਕਿਰਪਾਨ ਚਲਾਉਣ ਦੀਆਂ ਜਿਹੜੀਆਂ ਵਿਧੀਆਂ ਹਨ ਜਿਹਦੇ ਨਾਲ ਤੁਹਾਨੂੰ ਪੂਰਨਤਾ ਹਾਸਿਲ ਹੋ ਸਕਦੀ ਹੈ, ਇਹ ਗੁਰੂ ਹਰਗੋਬਿੰਦ ਸਿੰਘ ਜੀ ਨੇ ਖੁਦ ਸਿਖਾਈ ਸੀ ਉਹਨਾਂ ਨੂੰ। ਤੇ ਜਦੋਂ ਗੁਰੂ ਸਾਹਿਬ ਜੀ 4 ਸਾਲ ਦੇ ਸੀਗੇ ਤੇ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਰੱਖਿਆ ਗਿਆ। ਬਰਾਤ ਤਿਆਰ ਹੋਈ, ਮਾਤਾ ਜੀ ਨੇ ਆਪ ਜੀ ਨੂੰ ਤਿਆਰ ਕੀਤਾ ਚੰਗੀ ਤਰ੍ਹਾਂ, ਫਿਰ ਬਿਜ਼ੀ ਹੋ ਗਏ ਤਾਂ ਕਿ ਤਿਆਰੀ ਕੀਤੀ ਜਾਵੇ। ਗੁਰੂ ਸਾਹਿਬ ਨੂੰ ਉਹਨਾਂ ਨੇ 2 ਕੰਗਣ ਤੇ 1 ਕੰਠਾ ਪਵਾਇਆ ਸੋਨੇ ਦਾ, ਨਾਲ ਹੀ ਰੇਸ਼ਮੀ ਵਸਤਰ ਪਵਾਇਆ ਕਿਉਂਕਿ ਵੱਡੇ ਭਰਾ ਦਾ ਵਿਆਹ ਹੈ। ਆਪ ਜੀ ਖੇਡਦੇ ਖੇਡਦੇ ਬਾਹਰ ਚਲੇ ਗਏ। 15-20 ਮਿੰਟਾਂ ਬਾਅਦ ਵਾਪਸ ਆਉਂਦੇ ਹਨ, ਦੇਖਦੇ ਹਨ ਕਿ ਉਹਨਾਂ ਦੇ ਸਰੀਰ ਤੇ ਵਸਤਰ ਨਹੀਂ ਹੈ। ਮਾਤਾ ਜੀ ਨੇ ਪੁੱਛਿਆ, ਹੁਣੀ ਤੇ ਤੁਹਾਨੂੰ ਤਿਆਰ ਕੀਤਾ ਸੀ, ਬਰਾਤ ਖੜੀ ਹੈ, ਕੀ ਹੋਇਆ ਸੀ? ਕਹਿੰਦੇ ਮੈਂ ਬਾਹਰ ਗਿਆ, ਇੱਕ ਬੱਚਾ ਰੋ ਰਿਹਾ ਸੀਗਾ। ਰਿਮੈਂਬਰ ਉਹਨਾਂ ਦੀ ਉਮਰ ਕੁੱਲ 4 ਸਾਲ ਦੀ ਹੈ। ਬਾਹਰ ਕਹਿੰਦੇ ਇੱਕ ਬੱਚਾ ਰੋ ਰਿਹਾ ਸੀ, ਮੈਂ ਉਹਨੂੰ ਪੁੱਛਿਆ ਭਰਾ ਤੈਨੂੰ ਕੀ ਹੋਇਆ? ਕਹਿੰਦਾ ਤੇਰੇ ਕੋਲ ਤੇ ਸੁੰਦਰ ਵਸਤਰ ਹਨ, ਮੇਰੇ ਕੋਲ ਕੁਛ ਨਹੀਂ, ਮੈਨੂੰ ਠੰਡ ਵੀ ਲੱਗ ਰਹੀ ਹੈ। ਉਹਨਾਂ ਨੇ ਆਪਣੇ ਸਾਰੇ ਸਰੀਰ ਦੇ ਵਸਤਰ ਇੱਕ ਇੱਕ ਕਰਕੇ ਉਤਾਰ ਕੇ ਉਹਨੂੰ ਦੇ ਦਿੱਤੇ। ਉਸ ਤੋਂ ਬਾਅਦ ਘਰ ਵਾਪਸ ਆ ਗਏ। ਮਾਤਾ ਜੀ ਨੂੰ ਬੜਾ ਗੁੱਸਾ ਚੜਿਆ, ਇੰਨੇ ਬਰਾਤੀ ਖੜੇ ਨੇ ਤੇ ਇਹਨਾਂ ਨੂੰ ਹੁਣੇ ਤਿਆਰ ਕੀਤਾ ਸੀ, ਇਹ ਕਿਸ ਤਰ੍ਹਾਂ, ਜਿਸ ਤਰ੍ਹਾਂ ਆਮ ਘਰਾਂ ਦੇ ਵਿੱਚ ਹੁੰਦਾ ਹੈ। ਉਹਨਾਂ ਨੇ ਗੁਰੂ ਹਰਗੋਬਿੰਦ ਜੀ ਨੂੰ ਸ਼ਿਕਾਇਤ ਕੀਤੀ, ਦੇਖੋ ਤੁਹਾਡਾ ਲਾਡਲਾ ਕੀ ਕਰਕੇ ਆਇਆ ਹੈ, ਹੁਣੇ ਤਿਆਰ ਕੀਤਾ ਸੀ, ਹੁਣੇ ਕੱਪੜੇ ਚੇਂਜ ਕਰਨੇ ਪੈਣਗੇ ਤੇ ਦੁਬਾਰਾ ਸਾਰੀ ਚੀਜ਼ਾਂ ਦਿਆ ਹੈ। ਗੁਰੂ ਸਾਹਿਬ ਨੇ ਉਸੇ ਵੇਲੇ ਇੱਕ ਬਚਨ ਕੀਤਾ, ਗੁਰੂ ਹਰਗੋਬਿੰਦ ਜੀ ਨੇ, ਲਿਬਾਸ ਤੇ ਵਿਸ਼ਵਾਸ ਰੱਖਣ ਲਈ, ਲਿਬਾਸ ਤੇ ਵਿਸ਼ਵਾਸ ਰੱਖਣ ਲਈ ਅੱਜ ਲਿਬਾਸ ਦੇ ਆਇਆ ਹੈ ਕਿ ਇਹਨਾਂ ਨੇ ਕਿਸੇ ਨੂੰ ਹੈਲਪ ਕੀਤੀ ਹੈ ਕਿ ਆਪਣਾ ਲਿਬਾਸ ਉਹਨੂੰ ਦੇ ਆਇਆ ਹੈ। ਕੱਲ ਇਹ ਕਿਸੇ ਦੇ ਵਿਸ਼ਵਾਸ ਤੇ ਲਿਬਾਸ ਨੂੰ ਰੱਖਣ ਲਈ ਸਵਾਸ ਵੀ ਦੇ ਆਵੇਗਾ। ਭਾਵ ਇਹ ਹੈ ਕਿ ਅੱਜ ਦੇ ਅੰਦਰ 4 ਸਾਲ ਦੀ ਉਮਰ ਦੇ ਵਿੱਚ ਇੰਨੀ ਸਮਰੱਥਾ ਹੈਗੀ ਹੈ ਕਿ ਆਪਣੇ ਕੱਪੜੇ ਜਿਹਨੂੰ ਲੋੜ ਸੀ ਉਹਨੂੰ ਦੇ ਆਇਆ ਹੈ। ਤੇ ਨਾਲ ਹੀ ਇਹ ਵੀ ਕਿਹਾ ਕਿ ਕੱਲ ਜਦੋਂ ਲੋੜ ਪਏਗੀ ਇਹ ਜ਼ਰੂਰ ਕਦੇ ਇਹ ਆਪਣੇ ਸਵਾਸ ਵੀ ਦੇ ਸਕਦਾ ਹੈ। ਗੁਰੂ ਸਾਹਿਬ ਨੇ ਇੱਕ ਹੋਰ ਉੱਥੇ ਵਚਨ ਉਚਾਰਨ ਕੀਤਾ ਸੀ, ਅਜ਼ਰ ਜ਼ਰ ਉਰ ਤਰ ਤੁਰ ਅੰਦਰ, ਕਿ ਇਹਨਾਂ ਦੇ ਅੰਦਰ ਇੱਕ ਜ਼ਰਨ ਦਾ ਮਾਤਾ ਇੰਨਾ ਜ਼ਿਆਦਾ ਹੈ ਕਿ ਕੁਛ ਵੀ ਹੋਵੇ ਹੀ ਵਿਲ ਨਾਟ ਰਿਟੈਲੀਏਟ, ਇਹ ਉਹਦੇ ਬਗਾਵਤ ਨਹੀਂ ਕਰਨਗੇ, ਨਾ ਹੀ ਮਤਲਬ ਜਿਹਨੂੰ ਕਹਿੰਦੇ ਨੇ ਕਿ ਆਪਣੇ ਆਪ ਨੂੰ ਦੁਖੀ ਕਰਨਗੇ, ਪਰਮਾਤਮਾ ਦਾ ਹੁਕਮ ਸਮਝ ਕੇ ਜਰ ਲੈਣਗੇ। ਤੇ ਇਹਨਾਂ ਦੇ ਤੁਰ ਦੇ ਅੰਦਰ ਜਿਹੜਾ ਹੈ ਇਹ ਚੀਜ਼ ਵਸੀ ਹੋਈ ਹੈ, ਇਸ ਕਰਕੇ ਮੈਂ ਇਹਨਾਂ ਨੂੰ ਜ਼ਿਆਦਾ ਪਿਆਰ ਕਰਦਾ ਹਾਂ, ਤੁਸੀਂ ਇਹਨਾਂ ਨੂੰ ਕੁਛ ਨਾ ਕਹੋ। ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਆਪ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ ਤੇ ਕੀ ਕਰਨਗੇ। ਗੁਰੂ ਜੀ ਜਦ ਵੱਡੇ ਹੋਏ, 12 ਸਾਲ ਦੀ ਏਜ ਹੋਈ ਤੇ ਉਹਨਾਂ ਦਾ ਵਿਵਾਹ ਮਾਤਾ ਗੁਜਰੀ ਜੀ ਦੇ ਨਾਲ 3 ਫਰਵਰੀ 1631 ਦੇ ਵਿੱਚ ਕਰ ਦਿੱਤਾ ਗਿਆ। ਉਸ ਵਕਤ ਵਿਵਾਹ ਬੜੀ ਛੇਤੀ ਕਰ ਦਿੱਤੇ ਜਾਂਦੇ ਸੀਗੇ ਤੇ ਹਾਲਾਂ ਗ੍ਰਸਤ ਜੀਵਨ ਦੇ ਚ ਉਹਨਾਂ ਨੂੰ ਪਾ ਦਿੱਤਾ ਗਿਆ। ਲੇਕਿਨ ਗੁਰੂ ਸਾਹਿਬ ਦੇ ਜਦੋਂ 14-15 ਸਾਲ ਦੇ ਹੋਏ, 2-3 ਸਾਲਾਂ ਬਾਅਦ ਹੀ ਮੁਸਲਮਾਨ ਆਰਮੀ ਦੇ ਬੰਦੇ ਜਿਨ੍ਹਾਂ ਦਾ ਨਾਮ ਪੈਂਦੇ ਖਾਨ ਤੇ ਕਾਲੇ ਖਾਨ ਸੀ, ਉਹਨਾਂ ਨੇ ਕੀਰਤਪੁਰ ਸਾਹਿਬ ਹਮਲਾ ਕਰ ਦਿੱਤਾ। ਆਪ ਜੀ ਉਸ ਵਕਤ ਆਪਣੇ ਪਰਿਵਾਰ ਦੇ ਨਾਲ ਕੀਰਤਪੁਰ ਸਾਹਿਬ ਰਹਿੰਦੇ ਸੀਗੇ। ਗੁਰੂ ਸਾਹਿਬ ਜੀ ਨੂੰ ਹੁਕਮ ਹੋਇਆ ਪਿਤਾ ਦੀ ਤਰਫੋਂ, ਬੇਟਾ ਤੇਗਮਲ ਤੂੰ ਵੀ ਤਿਆਰ ਹੋ ਜਾ, ਆਪਾਂ ਨੇ ਬਾਹਰ ਜੰਗ ਵਿੱਚ ਜਾਣਾ ਹੈ। ਆਪ ਜੀ ਨੂੰ ਉਹਨਾਂ ਨੇ ਤਲਵਾਰ ਦਿੱਤੀ, ਲੈ ਕੇ ਗੁਰੂ ਸਾਹਿਬ ਉਹ ਗੁਰੂ ਤੇਗ ਬਹਾਦਰ ਜੀ ਬਾਹਰ ਆ ਗਏ। ਉਸ ਵਕਤ ਲੜਾਈਆਂ ਝਗੜੇ ਜਿਹੜੇ ਸੀ ਨਾ ਓਪਨ ਮੈਦਾਨਾਂ 'ਚ ਹੁੰਦੇ ਸੀਗੇ ਜਾਂ ਗਲੀਆਂ ਦੇ ਵਿੱਚ ਹੁੰਦੇ ਸੀ, ਔਰ ਨਾਲ ਹੀ ਲੋਕੀ ਆਪਣੇ ਛੱਤਾਂ ਦੇ ਉੱਤੇ ਚੜ੍ਹ ਕੇ ਦੇਖ ਰਹੇ ਸੀ। ਮਾਤਾ ਜੀ ਤੇ ਬੇਬੇ ਨਾਨਕੀ ਜੀ ਤੇ ਨਾਲ ਹੀ ਉਹਨਾਂ ਦੀ ਪਤਨੀ ਗੁਜਰੀ ਜੀ ਵੀ ਉੱਤੋਂ ਦੇਖ ਰਹੇ ਸੀਗੇ। ਉਹਨਾਂ ਨੇ ਮੈਸੇਜ ਭੇਜਿਆ ਕਿ ਸਵੇਰ ਦਾ ਗਿਆ ਭੁੱਖਾ ਪਾੜਾ ਲੜੀ ਜਾ ਰਿਹਾ ਹੈ, ਤੂੰ ਵਾਪਸ ਆ ਜਾ, ਥੋੜਾ ਆਰਾਮ ਕਰ ਲੈ, ਫਿਰ ਚਲਾ ਜਾਈਂ। ਉਹਨਾਂ ਨੇ ਉਸੇ ਬੰਦੇ ਹੱਥ ਮੈਸੇਜ ਭੇਜਿਆ ਕਿ ਜੇ ਜੰਗ ਵਿੱਚ ਆ ਜਾਓ ਨਾ, ਜਾਂ ਤੇ ਜਿੱਤ ਕੇ ਆਈਦਾ ਤੇ ਜਾਂ ਸ਼ਹੀਦ ਹੋ ਕੇ ਆਈਦਾ। ਸੋ ਇਹਨਾਂ ਦੋਨਾਂ 'ਚ ਜਿਹੜੀ ਚੀਜ਼ ਪਹਿਲਾਂ ਹੋ ਜਾਏਗੀ ਮੈਂ ਉਸ ਤੋਂ ਬਾਅਦ ਪਹੁੰਚ ਜਾਗਾ, ਮੈਨੂੰ ਹੁਣ ਨਾ ਬੁਲਾਓ। ਇਹ ਚੀਜ਼ ਦੇਖ ਲਓ ਤੁਸੀਂ। ਗੁਰੂ ਸਾਹਿਬ ਦੀ ਉਸ ਵਕਤ ਦੇਖੇ 10ਵੇਂ ਪਾਤਸ਼ਾਹ ਨੇ ਇਹਦੇ 'ਤੇ ਫੁੱਲ ਚੜਾਏ। ਜਦੋਂ ਉਹਨਾਂ ਦੇ ਬੱਚੇ ਸ਼ਹੀਦ ਹੋਣ ਵਾਸਤੇ ਜਾ ਰਹੇ ਸੀ ਤਾਂ ਵੀ ਉਹਨਾਂ ਨੇ ਇਹ ਲਫ਼ਜ਼ ਦੁਹਰਾਏ ਸੀਗੇ। ਜਦੋਂ ਗੁਰੂ ਸਾਹਿਬ ਹੋਰ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਗੁਰਗੱਦੀ
ਦਾ ਕੁਐਸਚਨ ਹੋਇਆ ਪਈ ਕਿਹਨਾਂ ਨੂੰ ਦਿੱਤੀ ਜਾਏ। ਜਿਹੜੇ ਵੱਡੇ ਸਾਹਿਬਜ਼ਾਦੇ ਸੀ ਬਾਬਾ ਗੁਰਦਿੱਤਾ ਜੀ, ਉਹ ਤਦ ਤੱਕ ਅਕਾਲ ਚਲਾਣਾ ਕਰ ਗਏ ਸੀ। ਇਹ ਅਲੱਗ ਵਿਸ਼ਾ ਹੈਗਾ ਕਿਸ ਤਰ੍ਹਾਂ ਹੋਇਆ ਉਹਨਾਂ ਦਾ। ਸੋ ਉਹਨਾਂ ਨੇ ਦੇਖਿਆ ਕਿ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਬਿਰਤੀ ਹੈ ਇਹ ਜ਼ਿਆਦਾ ਫਿਲਾਸਫੀਕਲ ਔਰ ਕੀ ਕਹਿੰਦੇ ਸਪਿਰਿਚੁਅਲ ਵੱਲ ਹੈ, ਅਤੇ ਉਹਨਾਂ ਨੇ ਉਹਨਾਂ ਨੂੰ ਗੁਰਗੱਦੀ ਨਾ ਦੇ ਕੇ ਬਲਕਿ ਗੁਰੂ ਹਰ ਰਾਏ ਜੀ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਬੇਟੇ ਸੀ ਉਹਨਾਂ ਨੂੰ ਦੇ ਦਿੱਤੀ। ਸੋ ਗੁਰੂ ਤੇਗ ਬਹਾਦਰ ਜੀ ਬੈਠੇ ਹੋਏ ਨੇ, ਲੇਕਿਨ ਗੁਰਗੱਦੀ ਜਿਹੜੀ ਹੈ ਉਹਨਾਂ ਦੇ ਭਤੀਜੇ ਨੂੰ ਦੇ ਦਿੱਤੀ ਹੈ। ਗੁਰੂ ਸਾਹਿਬ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ, ਬਲਕਿ ਖੁਸ਼ੀ ਮਨਾਈ ਕਿ ਠੀਕ ਹੈ ਮੈਂ ਇਸ ਪਾਸੇ ਨਹੀਂ ਹੈਗਾ, ਇਹਦੇ 'ਚ ਕਾਫੀ ਮਤਲਬ ਕੰਮ ਕਰਨੇ ਪੈਂਦੇ ਹਨ ਅਤੇ ਮੈਨੂੰ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ। ਸੋ ਉਸ ਵਕਤ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨੂੰ ਬਾਬਾ ਬਕਾਲੇ ਭੇਜ ਦਿੱਤਾ ਕਿ ਤੁਸੀਂ ਉੱਥੇ ਚਲੇ ਜਾਓ ਆਪਣੀ ਮਾਤਾ ਜੀ ਦੇ ਨਾਲ, ਆਪਣੀ ਪਤਨੀ ਦੇ ਨਾਲ, ਅਤੇ ਗੁਰੂ ਸਾਹਿਬ ਤਾਂ ਬਕਾਲੇ ਚਲੇ ਗਏ। ਉੱਥੇ ਆਪ ਲਗਭਗ 20 ਸਾਲ ਆਪ ਜੀ ਨੇ ਤਪੱਸਿਆ ਕੀਤੀ, ਜਾਂ ਇਹ ਕਹਿ ਲਓ ਕਿ ਗੁਰੂ ਦੇ ਬਾਣੀ ਦੇ ਨਾਲ ਜੁੜੇ ਰਹੇ ਅਤੇ ਰੱਬ ਨੂੰ ਯਾਦ ਕਰਦੇ ਰਹੇ। ਜਦੋਂ ਗੁਰੂ ਹਰਕ੍ਰਿਸ਼ਨ ਜੀ ਨੇ ਅੰਤਿਮ ਸਵਾਸ ਲਏ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਤੁਹਾਡਾ ਨੈਕਸਟ ਗੁਰੂ ਬਾਬਾ ਬਕਾਲੇ ਹੋਏਗਾ। ਇਹ ਲੰਬੀ ਕਹਾਣੀ ਹੈ, ਇਹ ਤੁਸੀਂ ਸਾਖੀ ਹੈ ਆਪ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਕਿਸ ਤਰ੍ਹਾਂ ਬਾਬੇ ਬਕਾਲੇ ਦੇ ਵਿੱਚ ਮੱਖਣ ਸ਼ਾਹ ਲੁਬਾਣੇ ਨੇ ਗੁਰਲਾਦੋਰੇ ਕਹਿ ਕੇ ਅਤੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ, ਕਿਉਂਕਿ ਉਹ ਖੁਦ ਆਪਣੇ ਆਪ ਨਹੀਂ ਪ੍ਰਗਟ ਹੋਣਾ ਚਾਹੁੰਦੇ ਸੀਗੇ। ਇੱਥੇ ਇੱਕ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ ਕਿ ਮੱਖਣ ਸ਼ਾਹ ਲੁਬਾਣਾ ਕੌਣ ਸੀਗਾ। ਮੱਖਣ ਸ਼ਾਹ ਲੁਬਾਣਾ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਦੇ ਨਾਲ ਬਹੁਤ ਪਹਿਲਾਂ ਤੋਂ ਜੁੜਿਆ ਹੋਇਆ ਸੀਗਾ। ਇਹ ਬੜੇ ਅਮੀਰ ਸੀ ਉਸ ਵਕਤ ਦੇ, ਉਹਨਾਂ ਦੇ ਕੋਲ 500 ਤੇ ਅੰਗ ਰਕਸ਼ਕ ਸੀਗੇ। ਉਸ ਤੋਂ ਇਲਾਵਾ ਬਹੁਤ ਸਾਰੇ ਉਹਨਾਂ ਦੀਆਂ ਕੀ ਕਹਿੰਦੇ ਨੇ ਫਰੇਟ ਲਾਈਨਸ ਚੱਲਦੀਆਂ ਸੀਗੀਆਂ, ਸਮੁੰਦਰੀ ਜਹਾਜ਼ ਚੱਲਦੇ ਸੀਗੇ, ਅਤੇ ਜਦੋਂ ਉਹਨਾਂ ਦਾ ਬੇੜਾ ਡੁੱਬਣ ਲੱਗਾ ਸੀ ਤਾਂ ਗੁਰੂ ਸਾਹਿਬ ਨੇ ਉਹਨੂੰ ਪਾਰ ਲੰਘਾਇਆ ਸੀ। ਜਦੋਂ ਉਹਨਾਂ ਨੇ ਅਨਾਊਂਸਮੈਂਟ ਕੀਤੀ ਪਈ ਮੈਨੂੰ ਗੁਰੂ ਮਿਲ ਗਿਆ ਹੈ, ਉਸ ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਾਂ ਪੋਥੀ ਸਾਹਿਬ ਕਹਿ ਲਓ ਉਹ ਧੀਰ ਮੱਲਿਆਂ ਦੇ ਕੋਲ ਸੀਗੇ। ਉਹਨਾਂ ਨੇ ਇਹਨਾਂ ਨੂੰ ਦੇਣ ਤੋਂ ਇਨਕਾਰ ਕਰਤਾ ਅਤੇ ਨਾਲ ਹੀ ਕੋਸ਼ਿਸ਼ ਕੀਤੀ ਪਈ ਜੇ ਗੁਰੂ ਨੂੰ ਖਤਮ ਕਰ ਦਈਏ ਤਾਂ ਪੋਸੀਬਲ ਹੈ ਕਿ ਹੁਣ ਅਸੀਂ ਬਣਾਂਗੇ, ਜਿਨ੍ਹਾਂ ਦੇ ਕੋਲੋਂ ਪੋਥੀ ਹੈ ਉਹ ਹੀ ਅੱਗੋਂ ਗੁਰੂ ਬਣਦੇ ਹਨ। ਉਹਨਾਂ ਨੇ ਸ਼ਹੀਏ ਮਸਾਨ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਗੋਲੀ ਦਾ ਵਾਰ ਕੀਤਾ। ਉਹ ਗੋਲੀ ਕਹਿੰਦੇ ਨੇ ਗੁਰੂ ਸਾਹਿਬ ਦੇ ਫੇਸ ਨੂੰ ਟੱਚ ਕਰਦੀ ਹੋਈ ਨਿਕਲ ਗਈ, ਲੇਕਿਨ ਗੁਰੂ ਸਾਹਿਬ ਨੂੰ ਕੁਛ ਨਾ ਹੋਇਆ। ਲੇਕਿਨ ਮੱਖਣ ਸ਼ਾਹ ਲੁਬਾਣੇ ਦੇ ਜਿਹੜੇ ਉਹਦੇ ਅੰਗ ਰਕਸ਼ਕ ਸੀ ਉਹਨਾਂ ਨੇ ਚੰਗੀ ਤਰ੍ਹਾਂ ਉਸ ਚੀਜ਼ ਦਾ ਨੂੰ ਕੰਟਰੋਲ ਕੀਤਾ, ਅਤੇ ਜਿਹੜੀ ਟ੍ਰਾਂਜੀਸ਼ਨ ਸੀਗੀ ਇਹ ਸਮੂਥਲੀ ਹੋ ਗਈ ਗੁਰੂ ਸਾਹਿਬ ਤੋਂ ਕੀ ਨਾਂ ਹੈ ਗੁਰੂ ਹਰਕ੍ਰਿਸ਼ਨ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ। ਜਦ ਇਹ ਚੀਜ਼ਾਂ ਘਟ ਰਹੀਆਂ ਸੀਗੀਆਂ ਤਾਂ ਗੁਰੂ ਸਾਹਿਬ ਨੇ ਸੋਚਿਆ ਕਿ ਹੁਣ ਕੁਝ ਕਰਨਾ ਚਾਹੀਦਾ ਹੈ ਸਾਧ ਸੰਗਤ ਦੇ ਵਾਸਤੇ, ਅਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੀਆਂ ਉਦਾਸੀਆਂ ਲਈਆਂ ਸੀ, ਅਤੇ ਗੁਰੂ ਤੇਗ ਬਹਾਦਰ ਜੀ ਨੇ ਵੀ 3 ਭਰਮਣ ਕੀਤੇ ਭਾਰਤ ਦੇ ਵਿੱਚ। ਆਪ ਜੀ ਕਸ਼ਮੀਰ ਵਾਲੇ ਪਾਸੇ ਵੀ ਗਏ, ਮਾਝੇ ਮਾਲਵੇ ਔਰ ਯੂਪੀ ਦੇ ਵਿੱਚ ਵੀ ਗਏ, ਐਂਡ ਦੇ ਵਿੱਚ ਆਪ ਜੀ ਅਸਾਮ ਵਾਲੇ ਪਾਸੇ, ਅਸਾਮ, ਨਾਗਾਲੈਂਡ, ਬਰਮਾ ਉਸ ਪਾਸੇ ਵੀ ਗਏ। ਜਾਂਦੀ ਵਾਰੀ ਰਸਤੇ ਦੇ ਵਿੱਚ ਮਾਤਾ ਜੀ ਨੂੰ ਉਹ ਪਟਨਾ ਸਾਹਿਬ ਛੱਡ ਗਏ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਾ ਸਮਾਂ ਆ ਚੁੱਕਾ ਸੀਗਾ। ਆਪ ਜੀ ਨੂੰ ਜਦੋਂ ਉੱਥੇ ਅਸਾਮ ਦੇ ਵਿੱਚ ਸੀ, ਉਸ ਤੋਂ ਬਾਅਦ ਕਲਕੱਤੇ ਦੇ ਕੋਲ ਢਾਕਾ ਦੇ ਕੋਲ ਆਏ ਸੀਗੇ, ਤਾਂ ਆਪ ਜੀ ਨੂੰ ਖਬਰ ਮਿਲੀ ਕਿ ਆਪ ਜੀ ਦੇ ਘਰ ਵਾਹਿਗੁਰੂ ਨੇ ਸੰਤਾਨ ਭੇਜੀ ਹੈ, ਅਤੇ ਆਪ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ। ਇਹ ਧਿਆਨ ਰੱਖਣਾ ਕਿ 33 ਸਾਲ ਦਾ ਇਹਦੇ 'ਚ ਗੈਪ ਆ ਚੁੱਕਾ ਸੀ ਜਦ ਗੁਰੂ ਸਾਹਿਬ ਨੇ ਮਾਤਾ ਜੀ ਦੇ ਨਾਲ ਆਨੰਦ ਕਾਰਜ ਲਿਆ, ਅਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਆਪ ਜੀ ਨੂੰ ਜਦ ਖਬਰ ਮਿਲੀ ਤੇ ਉਸ ਵਕਤ ਉਹਨਾਂ ਨੇ ਸੰਦੇਸ਼ਾ ਭੇਜਿਆ ਕਿ ਕਿਰਪਾ ਕਰਕੇ ਮੁੰਡੇ ਦਾ ਨਾਂ ਰਾਦਰ ਹੁਕਮਨਾਮਾ ਭੇਜਿਆ, ਮੁੰਡੇ ਦਾ ਨਾਂ ਗੋਬਿੰਦ ਰਾਏ ਰੱਖਿਆ ਜਾਏ ਅਤੇ ਉਹਨੂੰ ਸਪੈਸ਼ਲ ਹਵੇਲੀ ਦੇ ਵਿੱਚ ਠੀਕ ਤਰੀਕੇ ਦੇ ਨਾਲ ਉਹਦੀ ਪਰਵਰਿਸ਼ ਸ਼ੁਰੂ ਕਰ ਦਿਓ। ਉਸ ਵਕਤ ਹੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਾਇਦ ਜਾਂ ਗੋਬਿੰਦ ਰਾਏ ਉਸ ਵਕਤ ਉਹਨਾਂ ਦਾ ਨਾਮ ਸੀ, ਉਹਨਾਂ ਨੇ ਜਿਹੜਾ ਕਿਹਾ ਸੀਗਾ ਕਿ ਇਹ ਅੱਗੇ ਹੋ ਕੇ ਬਹੁਤ ਕੁਝ ਕਰਨ ਵਾਲੇ ਹਨ। ਤੋ ਚਾਹੁੰਦੇ ਸੀ ਕਿ ਭਈ ਇਹਨਾਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਮਿਲੇ, ਚੰਗੇ ਤੋਂ ਚੰਗੇ ਐਨਵਾਇਰਮੈਂਟ ਦੇ ਵਿੱਚ ਰਹਿਣ। ਸੋ ਇਹਨਾਂ ਸਭ ਗੱਲਾਂ ਦੇ ਕਰਦਿਆਂ ਉੱਥੇ 4 ਸਾਲ ਨਿਕਲ ਗਏ, ਅਤੇ ਉੱਥੇ ਦਾ ਜਿਹੜਾ ਰਾਜਾ ਸੀਗਾ ਉਹਦਾ ਸਮਝ ਲਓ ਇੱਕ ਦੀਵਾਨ ਦੇ ਵਿੱਚ ਉਹਨਾਂ ਦੇ ਕੰਮ ਕਰਦਾ ਸੀ,
ਬਾਬੂ ਭੀਖੂ ਜੀ। ਸੋ ਭੀਖੂ ਜੀ ਦੇ ਮਾਤਾ ਜੀ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਪਾਤਸ਼ਾਹੀ ਉੱਧਰ ਗਏ ਸੀ ਤਾਂ ਦੇ ਬੜਾ ਪਿਆਰ ਕਰਦੇ ਸੀ। ਉਹਨਾਂ ਨੇ ਨਮਸਕਾਰ ਕੀਤੀ ਤੇ ਕਿਹਾ ਕਿ ਮਹਾਰਾਜ ਤੁਸੀਂ ਇੱਥੋਂ ਚਲੇ ਜਾਓਗੇ ਸਾਨੂੰ ਬਹੁਤ ਅਜੀਬ ਲੱਗੇਗਾ, ਤੁਸੀਂ ਸਾਡੇ ਨਾਲ ਹੀ ਇੱਥੇ ਰਹੋ। ਉਹਨਾਂ ਕਿਹਾ ਇਹ ਪੋਸੀਬਲ ਨਹੀਂ। ਕਹਿੰਦੇ ਫਿਰ ਇਸ ਤਰ੍ਹਾਂ ਕਰੋ, ਸਾਨੂੰ ਆਪਣੀ ਚਿੱਤਰਕਾਰ ਨੂੰ ਬੁਲਾਉਂਦੇ ਇੱਕ ਚਿੱਤਰ ਬਣਾਵਾ ਦੇਈਏ। ਸ਼ਾਇਦ ਕੈਮਰੇ ਤੋਂ ਉਸ ਵਕਤ ਹੁੰਦੇ ਨਹੀਂ ਸੀਗੇ। ਗੁਰੂ ਜੀ ਨੇ ਕਿਹਾ ਬਈ ਜੇ ਤੁਸੀਂ ਮੇਰੇ ਨਾਲ ਜੁੜਨਾ ਹੈ ਤਾਂ ਸ਼ਬਦ ਦੇ ਨਾਲ ਜੁੜੋ, ਸ਼ਬਦ ਗੁਰੂ ਜੀ ਨਾਲ ਜੁੜੋ। ਮੇਰੀ ਸਰੀਰ ਤੇ ਘਰਾਂ ਨਾਲ ਚਲਾ ਜਾਣਾ, ਕੀ ਕਰੀਏ? ਕਹਿੰਦੇ ਨਹੀਂ ਜੀ ਇੱਕ ਜ਼ਰੂਰ ਬਣਾਉਣਾ। ਸਮ ਹੋ ਉਹ ਇੱਕ ਚਿੱਤਰਕਾਰ ਨੂੰ ਲੈ ਕੇ ਆਏ। ਚਿੱਤਰਕਾਰ ਨੇ ਬਣਾਉਣਾ ਸ਼ੁਰੂ ਕੀਤਾ ਗੁਰੂ ਸਾਹਿਬ ਦੀ ਆਗਿਆ ਦੇ ਨਾਲ। 6 ਦਿਨ ਲੱਗ ਗਏ। ਕਹਿੰਦੇ ਪਹਿਲੇ ਦਿਨ ਤੋਂ ਹੀ ਉਹਨੇ ਥੱਲੇ ਦੇ ਪੋਰਸ਼ਨ ਦੀ ਤੇ ਸਾਰੀ ਬਣਾ ਲਈ ਸੀ, ਲੇਕਿਨ ਉਹ ਚਿਹਰਾ ਨਹੀਂ ਉੱਤੇ ਲਗਾ ਪਾ ਰਿਹਾ ਸੀ। 6ਵੇਂ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਾਕਾ ਤੂੰ ਇੰਨਾ ਚਿਰ ਲਗਾ ਦਿੱਤਾ ਹੈਗਾ, ਕੀ ਗੱਲ ਹੈ, ਤੂੰ ਪੂਰਾ ਕਿਉਂ ਨਹੀਂ ਕਰ ਰਿਹਾ? ਕਹਿੰਦਾ ਜੀ ਮੈਂ ਕਰਾਂ ਕਿ ਜਦ ਵੀ ਆਪ ਜੀ ਦੇ ਚਿਹਰੇ ਨੂੰ ਦੇਖਦਾ ਇੰਨਾ ਨੂਰਾਨੀ ਹੈ, ਮੈਂ ਕੁਝ ਦੇਖ ਨਹੀਂ ਪਾਉਂਦਾ। ਮੈਂ ਜਿਸ ਤਰ੍ਹਾਂ ਅੱਖਾਂ ਮੇਰੀਆਂ ਨਾਲ ਚਮਕ ਜਾਂਦੀਆਂ ਹੈਗੀਆਂ ਨੇ। ਅੱਜ 6ਵਾਂ ਦਿਨ ਹੈ। ਗੁਰੂ ਸਾਹਿਬ ਨੇ ਕਿਹਾ ਠਹਿਰ ਜਾ, ਤੂੰ ਲਿਆ ਮੈਨੂੰ ਪੇਂਟ ਬਰਸ਼ ਦੇ। ਉਹਨਾਂ ਬਰਸ਼ ਦੇ ਨਾਲ ਹੀ ਉਹਦੇ ਉੱਤੇ ਜਿਹੜਾ ਉਹਨੇ ਚਿੱਤਰ ਬਣਾਇਆ ਸੀ ਫੇਸ ਦਾ ਚਿੱਤਰ ਬਣਾ ਦਿਓ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਰਿਲੀਜੀਅਸ ਰਹਿਬਰ ਨੇ, ਕਿਸੇ ਵੀ ਪੈਗੰਬਰ ਨੇ ਆਪਣਾ ਸਕੈਚ ਖੁਦ ਨਹੀਂ ਬਣਾਇਆ। ਇਹ ਪਹਿਲਾ ਸੀ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਬਣਾਇਆ ਸੀ। ਕਹਿੰਦੇ ਨੇ ਉਹ ਅੱਜ ਵੀ ਕਲਕੱਤੇ ਦੇ ਵਿਕਟੋਰੀਆ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ ਹੈ। ਜਿਹੜੇ ਬੰਦੇ ਜਾਂਦੇ ਹਨ ਦਰਸ਼ਨ ਕਰਦੇ ਹਨ ਉਸ ਸਕੈਚ ਦਾ, ਜਿਹਦਾ ਫੇਸ ਗੁਰੂ ਤੇਗ ਬਹਾਦਰ ਜੀ ਨੇ ਬਣਾਇਆ ਸੀ। ਮੈਂ ਘੜੀ ਦੀ ਸੂਈ ਦੇਖ ਰਿਹਾ, ਥੋੜ੍ਹਾ ਤੇਜ਼ੀ ਨਾਲ ਚੱਲ ਰਿਹਾ। ਮੈਂ ਕਾਫੀ ਕੁਝ ਚੀਜ਼ਾਂ ਵਿੱਚੋਂ ਸਕਿਪ ਕਰਕੇ ਸਿੱਧਾ ਹੀ ਆਪ ਜੀ ਪਾਸ ਜਾਂਦੇ ਹਾਂ। ਸ਼ੁਰੂ ਦੇ ਵਿੱਚ ਮੈਂ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਜੀ ਬਾਰੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਐਸਾ ਵੀ ਇਸ ਤੋਂ ਇਲਾਵਾ ਕੀ ਕੀਤਾ ਸੀ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਕਿ ਅਸੀਂ ਕਹਿੰਦੇ ਹਾਂ ਉਹਨਾਂ ਦੇ ਵਰਗਾ ਹੋਰ ਕਿਸੇ ਨੇ ਅੱਜ ਤੱਕ ਇਤਿਹਾਸ ਦੇ ਵਿੱਚ ਨਹੀਂ ਕੀਤਾ। ਪਹਿਲੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਜਦੋਂ ਉਹ ਯਾਤਰਾ ਕਰ ਰਹੇ ਸੀ ਕਸ਼ਮੀਰ ਵਾਲੇ ਪਾਸੇ ਦੀ, ਕੁਝ ਪੰਡਤਾਂ ਨੇ ਉਹਨਾਂ ਨੂੰ ਨਮਸਕਾਰ ਕੀਤੀ, ਉਹਨਾਂ ਦੇ ਵਿਆਖਿਆਨ ਸੁਣੇ, ਉਹਨਾਂ ਦੀ ਬਾਣੀ ਸੁਣੀ ਤੇ ਕਾਫੀ ਜੁੜ ਗਏ ਸੀ ਉਹਨਾਂ ਨਾਲ। ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ ਉਸ ਵਕਤ ਔਰੰਗਜ਼ੇਬ ਨੇ ਕੁਝ ਆਪਣੇ ਗਿਫਟ ਲੈ ਕੇ ਆਪਣੇ ਕਿਸੇ ਰਿਲੀਜੀਅਸ ਪ੍ਰੀਚਰ ਨੂੰ ਕਿਹਾ ਕਿ ਤੂੰ ਜਾ ਕੇ ਮਦੀਨੇ ਦੇਖ ਕੇ ਆ। ਉਹ ਗਿਫਟ ਲੈ ਕੇ ਔਰੰਗਜ਼ੇਬ ਦੇ ਜਦੋਂ ਮਦੀਨੇ ਪਹੁੰਚਿਆ ਤੇ ਉਹਨੇ ਮਦੀਨੇ ਦੇ ਜਿਹੜੇ ਮੁਸਲਮਾਨਾਂ ਦੇ ਉਸ ਵਕਤ ਚੀਫ ਸੀ ਉਹਨਾਂ ਨੇ ਉਹ ਕਬੂਲ ਨਹੀਂ ਕੀਤੇ, ਕਿਹਾ ਕਿ ਵਾਪਸ ਲੈ ਜਾਓ। ਉਹ ਕਹਿੰਦੇ ਨੇ ਵੀ ਵਾਪਸ ਕਿਉਂ ਲੈ ਜਾਈਏ? ਕਹਿੰਦੇ ਨੇ ਕਿ 3 ਤਰ੍ਹਾਂ ਦੇ ਇਸਲਾਮ ਹੁੰਦੇ ਹਨ। ਇੱਕ ਨੂੰ ਕਹਿੰਦੇ ਨੇ ਦਾਰੇ ਉਲ ਇਸਲਾਮ ਜਿਹਦੇ ਵਿੱਚ ਇਸਲਾਮ ਪਿਓਰ ਹੁੰਦਾ ਹੈ। ਦੂਜਾ ਹੁੰਦਾ ਹੈ ਦਾਰੇ ਉਲ ਹਰਬ ਕਿ ਜਿਹੜਾ ਰਾਜ ਹੈ ਤੁਹਾਡਾ ਉਹਦੇ 'ਚ ਮਿਕਸਡ ਹੁੰਦਾ ਹੈ ਕਿ ਇੱਕ ਮੁਸਲਮਾਨ ਵੀ ਰਹਿੰਦੇ ਹਨ ਲੇਕਿਨ ਦੂਜੇ ਵੀ ਰਹਿ ਸਕਦੇ ਹਨ, ਉਹ ਦੂਜੇ ਮਾਈਨੋਰਿਟੀ ਦੇ ਵਿੱਚ ਗਿਣੇ ਜਾਂਦੇ ਹੈਗੇ ਹਨ। ਤੀਜਾ ਹੁੰਦਾ ਹੈ ਦਾਰ ਅਲ ਕੁਫਰ ਜਿਹਨੂੰ ਅਸੀਂ ਕਹਿੰਦੇ ਕਿ ਸਾਰੇ ਮਿਕਸਡ ਇੱਕੋ ਜਿਹੇ ਰਹਿੰਦੇ ਹਨ ਲੇਕਿਨ ਰਾਜ ਮੁਸਲਮਾਨਾਂ ਦੇ ਕੋਲ ਨਹੀਂ ਹਨ। ਕਹਿੰਦਾ ਤੈਨੂੰ ਇੰਨੇ ਸਾਲ ਹੋ ਗਏ ਨੇ ਔਰੰਗਜ਼ੇਬ ਨੂੰ, ਤੂੰ ਉੱਥੇ ਕੀ ਕਹਿੰਦੇ ਨੇ ਦਾਰੇ ਹਰਬ ਚਲਾ ਰਿਹਾ ਹੈਗਾ, ਇਹ ਹੁਣ ਤੱਕ ਤੇ ਦਾਰੇ ਇਸਲਾਮ ਹੋਣਾ ਚਾਹੀਦਾ ਸੀ, ਇਸ ਕਰਕੇ ਮੈਂ ਤੇਰੇ ਕਬੂਲ ਨਹੀਂ ਕਰ ਰਿਹਾ। ਦਾਰੇ ਉਲ ਇਸਲਾਮ ਦਾ ਮਤਲਬ ਹੈ ਕਿ ਸਿਵਾਏ ਇਸਲਾਮ ਦੇ ਉੱਥੇ ਹੋਰ ਕੋਈ ਨਹੀਂ ਹੋਏਗਾ। ਔਰੰਗਜ਼ੇਬ ਨੇ ਮਾਫੀ ਮੰਗੀ ਕਿ ਮੈਂ ਅਗਲੇ 1 ਸਾਲ ਦੇ ਵਿੱਚ ਕਰ ਦਿਆਂਗਾ ਸਾਰਾ ਕੁਝ। ਜਦੋਂ ਉਹਨੂੰ ਮਿਲਿਆ ਕਿ ਵੀ ਤੂੰ ਕਰਨਾ ਹੈ ਨਹੀਂ ਤੇ ਤੇਰਾ ਰਾਜ ਨਹੀਂ ਰਹੇਗਾ, ਮੈਂ ਤੇਰੀਆਂ ਚੀਜ਼ਾਂ ਕਬੂਲ ਨਹੀਂ ਕਰਾਂਗਾ, ਉਹਨੇ ਉਸੇ ਵੇਲੇ ਹੁਕਮ ਦਿੱਤਾ ਕਿ ਸਭ ਨੂੰ ਤੁਸੀਂ ਮੁਸਲਮਾਨ ਬਣਾ ਦਿਓ ਔਰ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕਤਲ ਕਰ ਦਿਓ ਔਰ ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਕਰੋ ਤੂੰ ਕਸ਼ਮੀਰ ਤੋਂ, ਕਿਉਂਕਿ ਕਸ਼ਮੀਰੀ ਪੰਡਿਤ ਬੜੇ ਵਿਦਵਾਨ ਗਿਣੇ ਜਾਂਦੇ ਹਨ, ਅਗਰ ਇਹ ਬਣ ਜਾਣਗੇ ਤੇ ਸਾਰੇ ਬਾਕੀ ਮੰਨ ਜਾਣਗੇ। ਉਸ ਵਕਤ ਕਿਰਪਾ ਰਾਮ ਜੀ ਜਿਹੜੇ ਕਿ ਉਹਨਾਂ ਦੇ ਕੋਲ 500 ਹੋਰ ਪੰਡਤਾਂ ਨੂੰ ਲੈ ਕੇ ਪਹੁੰਚੇ ਅਨੰਦਪੁਰ ਸਾਹਿਬ ਤੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਸਾਨੂੰ ਮਾਰੇ ਜਾ ਰਹੇ ਹਨ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅੱਛਾ ਇਹਦੇ ਵਾਸਤੇ ਕਿਸੇ ਨੂੰ ਸ਼ਹਾਦਤ ਦੇਣੀ ਪਏਗੀ। ਪਰ ਹੋਇਆ ਕੀ ਸੀ? ਕਹਿੰਦੇ ਜੀ ਉਹ ਅੱਜ ਕੱਲ੍ਹ ਨਾ ਰੋਜ਼ 1.25 ਮਣ ਜੰਜੂ ਉਤਾਰ ਕੇ ਉਹਨੂੰ ਵੇਹ ਕਰਕੇ ਤਾਂ ਸੰਜਾਣ ਦਿੰਦਾ ਹੈ। ਜੰਜੂ ਜਿਹੜਾ ਇੱਥੇ ਗਲੇ ਦੇ ਵਿੱਚ ਧਾਗਾ ਪਾਉਂਦੇ ਹਨ ਹਿੰਦੂ ਕਿ 1.25 ਮਣ ਪਰ ਡੇ ਉਹ ਕਰਦਾ। ਅਗਰ ਉਹਨੂੰ ਕਾਊਂਟ ਕੀਤਾ ਜਾਏ ਸਾਰਿਆਂ ਨੂੰ 1.25 ਮਣ ਦੇ ਮਤਲਬ ਕਿੰਨੇ ਬੰਦਿਆਂ ਦਾ ਜੰਜੂ ਉਤਾਰਦੇ ਹੈਗਨ ਤੇ ਦੈਟ ਕਮਸ ਟੂ ਅਬਾਊਟ 25,000 ਕਿ 25,000 ਹਿੰਦੂਆਂ ਨੂੰ ਮਾਰ ਕੇ ਉਹਨਾਂ ਦਾ ਜੰਜੂ ਉਤਾਰ ਕੇ ਵੇਹ ਕਰਕੇ
ਉਹ ਜਿਹੜਾ ਹੈ ਤਾਂ ਸ਼ਾਮ ਨੂੰ ਖਾਣਾ ਖਾਂਦਾ ਕਿ ਵੀ ਅੱਜ ਦਾ ਕੋਟਾ ਪੂਰਾ ਹੋ ਗਿਆ। ਗੁਰੂ ਸਾਹਿਬ ਨੇ ਕਿਹਾ ਤੁਸੀਂ ਹੋਰ ਕੀ ਕਹਿੰਦਾ? ਕਹਿੰਦੇ 6 ਮਹੀਨੇ 'ਚ ਅਗਰ ਨਹੀਂ ਕਰੋਗੇ ਤਾਂ ਸਾਰਿਆਂ ਦਾ ਕਤਲੇਆਮ ਵੀ ਕਰ ਦੇਗਾ। ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਤੁਸੀਂ ਇਸ ਤਰ੍ਹਾਂ ਕਰੋ ਕਿ ਜਾ ਕੇ ਉਹਨੂੰ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਨੂੰ ਉਹ ਮੁਸਲਮਾਨ ਬਣਾ ਲੈਣਗੇ ਤਾਂ ਤੁਸੀਂ ਸਾਰੇ ਮੁਸਲਮਾਨ ਬਣ ਜਾਓਗੇ। ਧਿਆਨ ਰੱਖਣਾ, ਇਹ ਪਹਿਲੀ ਵਾਰ ਹੈ ਕਿ ਕੋਈ ਇੱਕ ਬੰਦਾ ਆਪਣੇ ਰਿਲੀਜਨ ਨਹੀਂ ਬਲਕਿ ਦੂਜੇ ਰਿਲੀਜਨ ਨੂੰ ਬਚਾਉਣ ਵਾਸਤੇ ਐਦਾਂ ਦੀ ਗੱਲ ਕਹਿ ਰਿਹਾ ਕਿ ਤੁਸੀਂ ਮੈਨੂੰ ਅੱਗੇ ਕਰ ਦਿਓ, ਜੇ ਮੈਂ ਤੁਹਾਡਾ ਨਹੀਂ ਬਚਾ ਪਾਵਾਂਗਾ ਤੇ ਤਾਂ ਤੁਸੀਂ ਹਥਿਆਰ ਛੱਡਣਾ, ਹਥਿਆਰ ਨਹੀਂ ਛੱਡੋ, ਕੋਈ ਤੁਹਾਨੂੰ ਫੋਰਸ ਨਹੀਂ ਕਰ ਸਕਦਾ। ਅਸੀਂ ਅੱਜ ਕੱਲ੍ਹ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਪਰ ਧਿਆਨ ਰੱਖੋ ਆਲਮੋਸਟ 450 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਜੀ ਹਿਊਮਨ ਰਾਈਟਸ ਵਾਸਤੇ ਕੀ ਕਰ ਰਹੇ ਹਨ। ਜਦੋਂ ਇਹ ਖਬਰ ਪਹੁੰਚੀ ਗੁਰੂ ਔਰੰਗਜ਼ੇਬ ਦੇ ਕੋਲ, ਉਹਨੇ ਕਿਹਾ ਠੀਕ ਹੈ ਜੀ, ਇਹਨਾਂ ਨੂੰ ਗ੍ਰਿਫਤਾਰ ਕਰ ਲਓ। ਗ੍ਰਿਫਤਾਰ ਕਰਕੇ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਪਹਿਲਾਂ ਆਗਰੇ ਰੱਖਿਆ ਗਿਆ ਸੀ। ਦਿੱਲੀ ਦੇ ਵਿੱਚ ਉਹਨਾਂ ਦੇ ਨਾਲ 3 ਬੰਦੇ ਹੋਰ ਵੀ ਗ੍ਰਿਫਤਾਰ ਕਰਕੇ ਆਏ ਸੀਗੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ। ਸੋ ਭਾਈ ਦਿਆਲਾ ਜੀ ਨੂੰ ਉਹਨਾਂ ਨੇ ਕੁਬਲ ਦੀ ਦੇਗ ਦੇ ਵਿੱਚ ਕੀ ਰੱਖਿਆ। ਜਦੋਂ ਉਹਨਾਂ ਦੇ ਪ੍ਰਾਣ ਨਿਕਲੇ, ਗੁਰੂ ਸਾਹਿਬ ਕਹਿੰਦੇ ਦੇਖ ਲਓ ਅਸੀਂ ਇਹ ਹਾਲ ਕਰਨਾ, ਤੁਸੀਂ ਇਸਲਾਮ ਕਬੂਲ ਕਰਨਾ ਹੈ ਕਿ ਨਹੀਂ? ਗੁਰੂ ਸਾਹਿਬ ਨੇ ਕਿਹਾ ਨਹੀਂ। ਫਿਰ ਦੂਜਾ ਭਾਈ ਮਤੀ ਦਾਸ ਦਾ ਉਹਨਾਂ ਨੇ ਆਰੇ ਦੇ ਨਾਲ ਛੋਟੇ ਛੋਟੇ ਅੰਗ ਚੀਰ ਕੇ ਗੁਰੂ ਸਾਹਿਬ ਦੇ ਕੀਤਾ। ਧਿਆਨ ਦੱਸੋ ਕਿਸ ਤਰ੍ਹਾਂ ਦੇਖਿਆ ਹੋਣਾ ਗੁਰੂ ਨੂੰ, ਜਿਨ੍ਹਾਂ ਸਿੰਘਾਂ ਨੂੰ ਪਿਆਰ ਕਰਦੇ ਸੀ, ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਸੀ, ਉਹਨਾਂ ਨੇ ਟੋਟੇ ਕਰਦੇ ਹੋਏ ਦੇਖਿਆ। ਫਿਰ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਕਬੂਲ ਕਰਦੇ ਹੋ ਇਸਲਾਮ? ਕਹਿੰਦੇ ਹਨ ਨਹੀਂ। ਫਿਰ ਤੀਜੀ ਵਾਰੀ ਉਹਨਾਂ ਨੇ ਭਾਈ ਸਤੀ ਦਾਸ ਜੀ ਨੂੰ ਚਾਰੋਂ ਪਾਸੇ ਰੂੰ ਲਪੇਟ ਕੇ ਪਿੰਜਰੇ ਦੇ ਵਿੱਚ ਅੱਗ ਲਾ ਕੇ ਸਾੜਿਆ। ਕਹਿੰਦੇ ਨੇ ਹੁਣ ਤੁਸੀਂ ਕਬੂਲ ਕਰੋਗੇ? ਕਹਿੰਦੇ ਨਹੀਂ। ਮੇਰੇ ਕੋਲ ਸਾਰੀਆਂ ਡੇਟਸ ਪੈਣੀਆਂ ਹੈ, ਇਹ ਖਾਲੀ 15 ਦਿਨਾਂ ਦੇ ਅੰਦਰ ਤਿੰਨੋਂ ਚੀਜ਼ਾਂ ਹੋਈਆਂ। ਫਿਰ ਗੁਰੂ ਤੇਗ ਬਹਾਦਰ ਜੀ ਨੂੰ ਕੁਐਸਚਨ ਕੀਤਾ ਗਿਆ, ਭਾਈ ਦੇਖੋ ਹੁਣ ਤੁਹਾਡੀ ਵਾਰੀ ਹੈ, ਤੁਹਾਡੇ ਅੱਗੇ 3 ਚੋਇਸ ਹਨ। ਪਹਿਲੀ ਚੋਇਸ ਹੈਗੀ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਦਿਓ, ਅਸੀਂ ਤੁਹਾਨੂੰ ਛੱਡ ਦਿਆਂਗੇ, ਕੁਝ ਨਹੀਂ ਕਰ। ਦੂਜੀ ਚੋਇਸ ਇਹ ਹੈਗੀ ਹੈ ਕਿ ਤੁਸੀਂ ਕੋਈ ਕਰਾਮਾਤ ਦਿਖਾ ਦਿਓ ਕਿ ਜਿਹਦੇ ਨਾਲ ਲੱਗੇ ਵੀ ਵਾਕਈ ਤੁਹਾਡੇ ਅੰਦਰ ਰੱਬ ਹੈ, ਤੁਸੀਂ ਕੁਝ ਚੀਜ਼ ਸਪੈਸ਼ਲ ਕਰ ਸਕਦੇ ਹੋ। ਔਰ ਤੀਜੀ ਹੈ ਕਿ ਤੁਸੀਂ ਤਿਆਰ ਹੋ ਜਾਓ, ਤੁਹਾਨੂੰ ਸ਼ਹੀਦ ਕੀਤਾ ਜਾਏਗਾ। ਗੁਰੂ ਸਾਹਿਬ ਨੇ ਕਿਹਾ ਜੇਕਰ ਮੈਂ ਪਹਿਲੀ ਗੱਲ ਕਰਦਾ ਹਾਂ ਕਿ ਮੈਂ ਇਸਲਾਮ ਕਬੂਲ ਕਰਨਾ ਤੇ ਮੇਰੀ ਆਪਣੀ ਆਤਮਿਕ ਮੌਤ ਹੋ ਜਾਂਦੀ ਹੈ ਕਿ ਮੈਂ ਕੀ ਜਾ ਕੇ ਰੱਬ ਨੂੰ ਕਹਾਂਗਾ। ਇੱਕ ਪਾਸੇ ਤੇ ਮੈਂ ਕਹਿੰਦਾ ਅਵਲ ਅੱਲਾ ਨੂਰ ਉਪਾਇਆ ਕਿ ਸਭ ਤੇਰੇ ਬੰਦੇ ਹਨ, ਸਾਰੇ ਬਰਾਬਰ ਹਨ। ਦੂਜਾ ਮੈਂ ਕਹਿ ਰਿਹਾ ਨਹੀਂ ਜੀ ਇਸਲਾਮ ਵਾਲੇ ਚੰਗੇ ਹਨ, ਬਾਕੀਆਂ ਨੂੰ ਛੱਡ ਕੇ ਇੱਦਾਂ ਕਰ ਲੈਣਾ ਚਾਹੀਦਾ ਹੈ। ਫਿਰ ਜੇ ਤੁਸੀਂ ਦੂਸਰੀ ਗੱਲ ਕਹਿੰਦਾ ਹੈ ਕਰਾਮਾਤ ਦਿਖਾਣੀ, ਇਹ ਤੇ ਸਭ ਪਰਮਾਤਮਾ ਦੀ ਕਰਨੀ ਹੈ। ਇੰਨੀ ਵੱਡੀ ਕਰਾਮਾਤ ਦਿਖਾਤੀ ਉਹਨੇ, ਇੰਨੀ ਸੰਸਾਰ ਜਿਹੜਾ ਚੱਲ ਰਿਹਾ ਹੈ ਕਿੱਦਾਂ ਚੱਲ ਰਿਹਾ, ਪਰਮਾਤਮਾ ਦੀ ਕਰਨੀ ਕਰਾਮਾਤ ਹੈ, ਕੋਈ ਹੋਰ ਕਰ ਸਕਦਾ ਹੈ? ਇਹ 2 ਚੀਜ਼ਾਂ ਤੇ ਮੇਰੇ ਵਾਸਤੀਆਂ ਨਹੀਂ। ਹਾਂ, ਮੈਂ ਆਪਣਾ ਜੀਵਨ ਦਾ ਬਲੀਦਾਨ ਜ਼ਰੂਰ ਦੇ ਸਕਦਾ ਹਾਂ। ਸੋ ਖੁਦ ਸ਼ਹੀਦੀ ਨੂੰ ਕਬੂਲ ਕਰਦਿਆਂ ਹੋਇਆ 1675 24 ਨਵੰਬਰ ਨੂੰ ਗੁਰੂ ਸਾਹਿਬ ਜੀ ਨੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਪਾਠ ਕੀਤਾ, ਫਿਰ ਆ ਕੇ ਚੋਕੜਾ ਲਾ ਕੇ ਉੱਥੇ ਬੈਠ ਕੇ ਅੱਛਾ ਬਈ ਤੂੰ ਸ਼ਹੀਦ ਕਰ ਲੈ ਮੈਨੂੰ। ਗੁਰੂ ਜੀ ਨੂੰ ਸੈਯਦ ਜਲਾਲੁਦੀਨ ਨੇ ਤਲਵਾਰ ਦੇ ਵਾਰ ਦੇ ਨਾਲ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਕਹਿੰਦੇ ਨੇ ਇੰਨੀ ਜ਼ੋਰ ਦੀ ਉਹਨੇ ਗੱਜ ਕੇ ਕਿਹਾ ਕਿ ਕੋਈ ਹੈ ਹੋਰ ਜਿਹੜਾ ਇਹਨਾਂ ਨੂੰ ਗੁਰੂ ਸਾਹਿਬ ਨੇ ਮੈਂ ਕਰਤਾ ਜਿਹੜਾ ਇਹਨਾਂ ਦਾ ਐਸੋਸੀਏਟ ਹੋਵੇ, ਜੋ ਇਹਨਾਂ ਦਾ ਸਾਥੀ ਹੋਵੇ ਜਾਂ ਕੁਝ ਕਰਨਾ ਚਾਹੇ। ਪਰ ਕਹਿੰਦੇ ਉਸ ਵੇਲੇ ਪਰਮਾਤਮਾ ਉਹਨਾਂ ਦਾ ਸਾਥੀ ਸੀਗਾ। ਇੰਨੀ ਜ਼ੋਰ ਦੀ ਤੂਫਾਨ ਔਰ ਅੰਧੇਰੀ ਤੇ ਉਸ ਤੋਂ ਬਾਅਦ ਪਾਣੀ ਵਸਿਆ ਕਿ ਨਜ਼ਰ ਨਹੀਂ ਆ ਰਿਹਾ ਸੀ ਬੰਦਾ। ਐਨੇ ਦੇ ਵਿੱਚ ਭਾਈ ਜੇਤਾ ਜੀ ਨੇ ਗੁਰੂ ਸਾਹਿਬ ਦਾ ਸਰੀਰ ਚੁੱਕਿਆ ਤੇ ਸਾਈਡ ਤੇ ਨਿਕਲ ਗਏ। ਉਸ ਤੋਂ ਬਾਅਦ ਭਾਈ ਲੱਖੀ ਸ਼ਾਹ ਲੁਬਾਣਾ ਉਹਨੇ ਆਪਣੇ ਗੱਡੇ ਵਿੱਚ ਗੁਰੂ ਸਾਹਿਬ ਦਾ ਸਰੀਰ ਰੱਖਿਆ ਤੇ ਆਪਣੇ ਘਰ ਨੂੰ ਚਲਾ ਗਿਆ, ਜਿਹੜਾ ਜਿੱਥੇ ਆ ਜਾ ਕੇ ਉਹਨੇ ਘਰ ਸਮੇਤ ਅੱਗ ਲਾ ਦਿੱਤੀ। ਉਹ ਉੱਥੇ ਆਪਣਾ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਹੈ। ਜਦੋਂ ਸੀਸ ਲੈ ਕੇ ਜਾ ਰਹੇ ਸੀਗੇ ਤੇ ਅਨੰਦਪੁਰ ਪਹੁੰਚੇ, ਉੱਥੇ ਰਸਤੇ ਦੇ 'ਚ ਆਫਕੋਰਸ ਹੋਰ ਬੜੀਆਂ ਸਾਖੀਆਂ ਹਨ ਕੀ ਹੋਇਆ। ਪਹੁੰਚ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਮੈਂ ਸੀਸ ਲੈ ਕੇ ਆਇਆ। ਕਹਿੰਦੇ ਉੱਥੇ ਹੋਰ ਕੋਈ ਸਿੱਖ ਨਹੀਂ ਸੀ ਜਾਂ ਕੋਈ ਹੋਰ ਨਹੀਂ ਆਪਣਾ ਬੰਦਾ ਸੀ ਜਿਹੜਾ ਕਹੇ ਕਿ ਮੈਂ ਗੁਰੂ ਦਾ ਸਿੱਖ ਹਾਂ। ਕਹਿੰਦੀ ਹੈ ਤੇ ਬੜੇ ਸੀ ਪਰ ਪਹਿਚਾਣੇ ਨਹੀਂ ਜਾ ਰਹੇ ਸੀ। ਤਾਂ ਹੀ ਗੁਰੂ ਸਾਹਿਬ ਨੇ ਕਹਿਤਾ ਸੀ ਹੁਣ ਮੈਂ ਐਸਾ ਸਿੱਖ ਬਣਾਵਾਂਗਾ ਜਿਹੜਾ ਪਹਿਚਾਣਿਆ ਜਾਏਗਾ ਔਰ ਆਪਣੇ ਗੁਰੂ ਦਾ ਧੜ ਔਰ ਸਰੀਰ ਨੂੰ ਨਾਲ ਲੈ ਕੇ ਆਏਗਾ। ਸੋ ਬਾਕੀ ਤਾਂ ਆਪ ਜੀ ਜਾਣਦੇ ਹੋ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਰਚਨਾ ਕੀਤੀ। ਹੁਣ ਆਈਏ ਕਿ ਆਫਕੋਰਸ ਕਿਉਂ ਕਿਹਾ ਜਾਂਦਾ ਹੈ ਕਿ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ।
ਪਹਿਲੀ ਗੱਲ ਤੇ ਆਪ ਜੀ ਨੇ ਬਹੁਤ ਸਾਰੇ ਬਾਣੀ ਵੀ ਰਚੀ ਹੈ, ਜਿਹਦੇ ਵਿੱਚ 14 ਰਾਗਾਂ ਦੇ ਵਿੱਚ ਆਪ ਜੀ ਨੇ ਸ਼ਬਦ ਉਚਾਰਨ ਕੀਤੇ ਹਨ, ਜਿਹੜੇ ਕਿ 56 ਔਰ 57 ਜਿਹੜੇ ਹੈਗੇ ਨੇ ਨਾਵੇਂ ਮੱਲੇ ਦੇ ਸ਼ਲੋਕ ਹਨ। ਟੋਟਲ ਮਿਲਾ ਕੇ 114 115 ਹੈ। ਉਸ ਤੋਂ ਬਾਅਦ ਆਪ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਵਸਾਈ, ਸ਼ਹਿਰ ਵਸਾਇਆ, ਜਿੱਥੇ ਕਿ ਉਹਨਾਂ ਨੂੰ ਜ਼ਮੀਨ ਉੱਥੇ ਦੇ ਰਾਣੀ ਨੇ ਦਿੱਤੀ ਸੀਗੀ। ਉਸ ਤੋਂ ਬਾਅਦ ਪਟਿਆਲਾ ਵੀ ਆਪ ਜੀ ਨੇ ਵਸਾਇਆ, ਜਿੱਥੇ ਕਿ ਹਾਲੀ ਵੀ ਉੱਥੇ ਜਾਓ ਇਤਿਹਾਸ ਵਿੱਚ ਲਿਖਿਆ, ਇੱਥੇ ਗੁਰੂ ਸਾਹਿਬ ਆਏ ਸੀਗੇ ਅਤੇ ਤਲਾਬ ਬਣਾਇਆ, ਸਰੋਵਰ ਬਣਾਇਆ, ਅਤੇ ਉੱਥੇ ਬਿਮਾਰੀ ਚੱਲ ਰਹੀ ਸੀ ਅੱਜ ਕੱਲ੍ਹ ਦੀ ਤਰ੍ਹਾਂ, ਜਿਹੜੀ ਆਪ ਜੀ ਨੇ ਉੱਥੋਂ ਦੂਰ ਕੀਤੀ ਹੈਗੀ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਝ ਕੀਤਾ ਉਹ ਆਪ ਸਾਰਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ। ਲੇਕਿਨ ਕਿਸੇ ਵੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ, ਕਿਸੇ ਵੀ ਹੋਰ ਰਹਿਬਰ ਨੇ ਕਿਸੇ ਦੂਜੇ ਧਰਮ ਵਾਸਤੇ ਆਪਣੀ ਜਾਨ ਨਹੀਂ ਦਿੱਤੀ। ਖਾਸ ਕਰਕੇ ਤੁਸੀਂ ਜਨੇਊ ਦੇਖ ਲਓ ਕਿ ਉਹ ਗੁਰੂ ਨਾਨਕ ਦੇਵ ਜੀ ਮਨਾ ਕਰ ਰਹੇ ਨੇ ਅਤੇ ਇਹ ਉਹਨਾਂ ਨੂੰ ਬਚਾ ਰਹੇ ਹੈਗੇ ਨੇ। ਸੋ ਜਿਹੜਾ ਹਿਊਮਨ ਰਾਈਟਸ ਦੀ ਚੀਜ਼ ਜਿਹੜੀ ਅਸੀਂ ਅੱਜ ਗੱਲ ਕਰਦੇ ਹਾਂ, ਇਹਦਾ ਵੀ ਸ਼ੁਰੂਆਤ ਆਪ ਜੀ ਨੇ ਕੀਤਾ। ਮੈਂ ਖਿਮਾ ਦਾ ਜਾਚਕ ਹਾਂ, ਸਮਾਂ ਬਹੁਤ ਹੋ ਗਿਆ ਹੈ, ਭੁੱਲਾਂ ਚੁੱਕਾਂ, ਪਲੀਜ਼ ਮਾफ़ ਕਰਨਾ। ਚੇਅਰਮੈਨ ਸਾਹਿਬ ਪਲੀਜ਼ ਮਾफ़ ਕਰਨਾ, ਸਮਾਂ 5 ਮਿੰਟ ਹੋਰ ਫालतू ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ, ਤਾਂ ਸਦ ਜੀਵਨ ਹੋਏ। ਨਾਨਕ ਐਸੀ ਮਰਨੀ ਜੋ ਮਰੈ ਸਦ ਜੀਵਨ ਹੋਏ, ਤਾਂ ਸਦ ਜੀਵਨ ਹੋਏ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ, ਤਾਂ ਸਦ ਜੀਵਨ ਹੋਏ, ਸਦ ਜੀਵਨ ਹੋਏ। ਕਿਆ ਜਾਣਾ ਕਿਵ ਮਰੈਂਗੇ, ਕੈਸਾ ਮਰਨਾ
ਕੋਏ। ਮਰਨ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਹੁਕਮੈ ਬੂਝੈ ਸੋਏ। ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਣੀ ਜੋ ਮਰੈ, ਤਾਂ ਸਤ ਜੀਵਨ ਹੋਏ। ਤਾਂ ਸਤ ਜੀਵਨ ਹੋਏ। ਨਾਨਕ ਐਸੀ ਮਰਣੀ ਜੋ ਮਰੈ, ਤਾਂ ਸਤ ਜੀਵਨ ਹੋਏ। ਤਾਂ ਸਤ ਜੀਵਨ ਹੋਏ। ਨਾਨਕ ਐਸੀ ਮਰਣੀ ਜੋ ਮਰੈ, ਤਾਂ ਸਤ ਜੀਵਨ ਹੋਏ। ਤਾਂ ਸਤ ਜੀਵਨ ਹੋਏ। ਨਾਨਕ ਐਸੀ ਮਰਣੀ ਜੋ ਮਰੈ, ਤਾਂ ਸਤ ਜੀਵਨ ਹੋਏ। ਤਾਂ ਸਤ ਜੀਵਨ ਹੋਏ। ਤਾਂ ਸਤ ਜੀਵਨ ਹੋਏ। ਤਾਂ ਸਤ ਜੀਵਨ ਹੋਏ। ਡਗਮਗ ਡਗਮਗ ਛਾੜ ਰੇ ਮਨ ਬੋਰਾ, ਛਾੜ ਰੇ ਮਨ ਬੋਰਾ। ਡਗਮਗ ਡਗਮਗ ਛਾੜ ਰੇ ਮਨ ਬੋਰਾ, ਛਾੜ ਰੇ ਮਨ ਬੋਰਾ। ਡਗਮਗ ਡਗਮਗ ਛਾੜ ਰੇ ਮਨ ਬੋਰਾ, ਛਾੜ ਰੇ ਮਨ ਬੋਰਾ। ਅਬ ਤੋ ਜਰੈ ਮਰੈ ਸਿਧ ਪਾਈਐ, ਅਬ ਤੋ ਜਰੈ ਮਰੈ ਸਿਧ ਪਾਈਐ। ਲੀਨੋ ਹਾਥ ਸੰਧੋਰਾ, ਡਗਮਗ ਛਾੜ ਰੇ ਮਨ ਬੋਰਾ, ਛਾੜ ਰੇ ਮਨ ਬੋਰਾ। ਡਗਮਗ ਡਗਮਗ ਛਾੜ ਰੇ ਮਨ ਬੋਰਾ, ਛਾੜ ਰੇ ਮਨ ਬੋਰਾ। ਅਬ ਤੋ ਜਰੈ ਮਰੈ ਸਿਧ ਪਾਈਐ, ਅਬ ਤੋ ਜਰੈ ਸਿਧ ਪਾਈਐ। ਲੀਨੋ ਹਾਥ ਸੰਧੋਰਾ, ਡਗਮਗ ਛਾੜ ਰੇ ਮਨ ਬੋਰਾ, ਛਾੜ ਰੇ ਮਨ ਬੋਰਾ। ਡਗਮਗ ਡਗਮਗ ਛਾੜ ਰੇ ਮਨ ਬੋਰਾ, ਛਾੜ ਰੇ ਮਨ ਬੋਰਾ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਯਾ ਮਾਇਆ ਕੇ ਡਾਂਡੇ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਯਾ ਮਾਇਆ ਕੇ ਡਾਂਡੇ। ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਚੇ ਭਾਂਡੇ। ਅਬ ਤੋ ਜਰੈ ਮਰੈ ਸਿਧ ਪਾਈਐ,
सिद्ध पाइए लीनो हाथ संधोरा डगमग छाड़ रे मन भोरा छाड़ रे मन भोरा डगमग डगमग छाड़ रे मन भोरा छाड़ रे मन भोरा अब तो जरे मरे सिद्ध पाइए अब तो जरे सिद्ध पाइए लीनो हाथ संधोरा डगमग छाड़ रे मन भोरा छाड़ रे मन भोरा डगमग डगमग छाड़ रे मन भोरा छाड़ रे मन भोरा काम क्रोध माया के लीने आबिद जगत विभूता कह कबीर राजा राम न छोड़ो सगल ऊंच ते ऊंचा अब तो जरे मरे सिद्ध पाइए अब तो जरे सिद्ध पाइए लीनो हाथ संधोरा डगमग छाड़ रे मन भोरा छाड़ रे मन भोरा डगमग डगमग छाड़ रे मन भोरा छाड़ रे मन भोरा अब तो जरे मरे सिद्ध पाइए अब तो जरे मरे सिद्ध पाइए लीनो हाथ संधोरा डगमग छाड़ रे मन भोरा छाड़ रे मन भोरा छाड़ रे मन भोरा छाड़ रे मन भोरा वाहिगुरु जी राम कली महला तीजा आनंद ओंकार सतगुरु प्रसाद आनंद पया मेरी माए सतगुरु मैं पाया सतगुरु ता पाया सहज सिद्धि राग रतन परवार परिया शब्द गावण आईया मन जिनी बसाया कह नानक आनंद होआ सतगुरु मैं पाया सदा रो हरना हलाल हो मन मेरे दुख सब विसारना अंगीकारो करे तेरा कार्य सब सवारना सबना गला समरत स्वामी सो क्यों मनो विसारे साचे साहिबा क्या नहीं करते रह करता तेरा सब कुछ है जिसने है सुबार सदा सिर्फ सलाह तेरी नाम मन बसा नाम जिनके मन बसया बाजे शब्द करे कह नानक सच्चे साहिब क्या नहीं करते रह सच नाम
ਚੰਗਿਆਈਆਂ ਬੁਰਾਈਆਂ ਵਾਜੇ ਕਰਮੀ ਆਪੋ ਆਪਣੀ ਨੇੜੇ ਚਲੋ ਜਿਨੇ ਨਾਮ ਤੇ ਆਇਆ ਗਏ ਮੁਸ਼ਕਲ ਨਾਨਕ ਤੇ ਮੁਝ ਲੈ ਕੀਤੀ ਚੁਕੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਹੋਏ ਨਾ ਜਾਣ ਸੁਖ ਤਾਰੀ ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮ ਹੀ ਜਾਣੇ ਨਾਨਕ ਦਾਸ ਜੇ ਤੁਮਰੀ ਗਤ ਮਿਤ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ। ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। श्री भगवती जी सहाय। वाह श्री भगवती जी की पातशाही दसवीं। प्रथम भगवती सिमर कै गुरु नानक लई ध्याए फिरंगत गुर ते अमरदास। रामदास होई सहाय। अर्जुन हर गोबिंद नु सिमरो श्री हर राय। श्री हर कृष्ण ध्याईए जिस डिठे सब दुख जाए। तेग बहादुर सिमरै कर नौन दया वैताए सब थाई होए सहाय। दसवां पातशाह गुरु गोबिंद सिंह जी सब थाई होए सहाय। दसां पातशाहियां दी जोत साहब श्री गुरु ग्रंथ साहब जी दे पाठ दर्शन दीदार दा ध्यान तरके खालसा जी साहब बोलो जी वाहिगुरु। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਹਾਈ ਦੇਖ ਕੇ ਆਂਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਾਂ ਨਾ ਚਰਾਏ ਗਏ ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਾਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ चित आवन का सदका सर्व सुख होवै। जहाँ जहाँ खालसा जी साहिब तहाँ तहाँ रछिया रियायत देग तेग फतेह बिरद की पैज पंथ की जीत। श्री साहिब जी सहाय खालसा जी के बोलबाले बोलो जी। सिखां नूं सिक्खी दान केस दान रहत दान विवेक दान विसाहो दान भरोसा दान दाना सिर दान नाम दान। श्री अमृतसर जी के दर्शन स्नान चौकियाँ झंडे बुंगे जुगो जुग अटल धर्म का जयकार। खालसा जी के बोलबाले बोलो जी। सिखां दा मन नीवा मत उच्ची मत पादे राखे अकाल पुरख वाहिगुरु अपने पंथ दे सदा सहाई दातार पातशाह जीओ। श्री ननकाना साहब ते होर गुरुद्वारियां गुरधामां ते जिन्हां तो पंथ नूं विछोड़िया गया है तिन्हां दे खुले दर्शन दीदार सेवा संभालदा दान खालसा जी नूं बख्शो। हे नेमाणियां दे माण नेताणियां दे ताण ने ओटियां दी ओट ने आसरियां दे आसरे धन धन साहब श्री गुरु ग्रंथ साहब जीओ। कबीर मोह मरने का चाऊ है मरो तो हर के द्वार मत हर पूछे कौन है परा हमारे बार। साहब श्री गुरु तेग बहादुर साहब जी आप जी का शहीदी दिहाड़ा मनाते होया
ਆਪ ਜੀ ਦੀਆਂ ਸਮੂਹ ਸੰਗਤਾਂ ਪਾਸੋਂ ਸੰਧਿਆ ਵੇਲੇ ਆਪ ਜੀ ਦੀ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਸੋ ਦਰ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਨੇ। ਗੁਰਮਤਿ ਵਿਚਾਰਾਂ ਗੁਰਬਾਣੀ ਦੇ ਕੀਰਤਨ ਹੋਏ ਨੇ। ਆਨੰਦ ਸਾਹਿਬ ਜੀ ਕੀ ਅਰਦਾਸ ਬਾਣੀ ਪੜ੍ਹਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਭੁੱਲ ਚੁੱਕ ਮੁਆਫ ਕਰਨੀ ਅਗਾਹਾਂ ਵਾਸਤੇ ਸੁਮਤ ਬਖਸ਼ੋ। ਪੜ੍ਹੀ ਸੁਣੀ ਬਾਣੀ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ। ਪੜ੍ਹੀ ਸੁਣੀ ਬਾਣੀ ਦਾ ਮਹੱਤਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਵਣਾ। ਸਰਬ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ। ਗੁਰਮਤਿ ਅਨੁਸਾਰ ਸਭਨਾਂ ਦੇ ਕਾਰਜ ਰਾਸ ਕਰਨੇ। ਪਰਿਵਾਰਾਂ ਵਿੱਚ ਸਿੱਖੀ ਸਿਦਕ ਭਰੋਸਾ ਦਾਨ ਨਾਮਦਾਨ ਚੜ੍ਹਦੀ ਕਲਾ ਬਖਸ਼ੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਦਾਨ ਨਾਮਦਾਨ ਆਪਣੇ ਬੱਚਿਆਂ ਨੂੰ ਵਿਦਿਆ ਦਾਨ ਬਖਸ਼ੋ। ਅੰਗ ਸਿੰਘ ਸਹਾਈ ਹੋਣਾ। ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਤਾਰਾ ਸਿੰਘ ਜੀ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਗੁਰਮਤਿ ਅਨੁਸਾਰ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪਣੇ ਬੇਟੇ ਦੀ ਪਰਮਾਤਮਾ ਵੱਲੋਂ ਦਿੱਤੀ ਕਾਮਯਾਬੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪਣੇ ਬੱਚਿਆਂ ਨੂੰ ਕਾਮਯਾਬੀਆਂ ਬਖਸ਼ਿਸ਼ ਕਰਨੀਆਂ। ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਅੰਗ ਸਿੰਘ ਸਹਾਈ ਹੋਣਾ। ਪਰਿਵਾਰ ਵਿੱਚ ਸੁਖ ਸ਼ਾਂਤੀ ਕਾਰੋਬਾਰਾਂ 'ਚ ਵਾਧੇ ਬਖਸ਼ਿਸ਼ ਕਰਨੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਅੱਜ ਦੇ ਲੰਗਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਸੇਵਾ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਬੀਬੀ ਨਵਨੀਤ ਕੌਰ ਸਮੂਹ ਪਰਿਵਾਰ ਵੱਲੋਂ ਬੀਬੀ ਜਸਵੰਤ ਕੌਰ ਗੁਲਾਟੀ ਜੀ ਦੀ ਸਾਲਾਨਾ ਬਰਸੀ ਮਨਾਉਂਦੇ ਹਾਂ। ਅਰਦਾਸ ਬੇਨਤੀ ਹੈ ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਬੀਬੀ ਜਸਵੰਤ ਕੌਰ ਗੁਲਾਟੀ ਨੂੰ ਸਦੀਵ ਕਾਲ ਆਪਣੇ ਚਰਨ ਕਮਲਾਂ ਵਿੱਚ ਨਿਵਾਸਾ ਬਖਸ਼ਿਸ਼ ਕਰਨਾ। ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਕਾਰੋਬਾਰਾਂ 'ਚ ਵਾਧੇ ਬਖਸ਼ਿਸ਼ ਕਰਨੇ। ਗੁਰਮਤਿ ਅਨੁਸਾਰ ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸੇ ਆਗੇ ਕੀਚੈ ਅਰਦਾਸ। ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਪਰਿਵਾਰ ਵਿੱਚ ਸੁਖ ਸ਼ਾਂਤੀ ਕਾਰੋਬਾਰਾਂ 'ਚ ਵਾਧੇ ਬਖਸ਼ਿਸ਼ ਕਰਨੇ। ਆਪਣੇ ਬੱਚਿਆਂ ਨੂੰ ਵਿਦਿਆ ਦਾਨ ਸਿੱਖੀ ਸਦਕ ਭਰੋਸਾ ਦਾਨ ਬਖਸ਼ੋ। ਆਪ ਜੀ ਦੇ ਸੇਵਕ ਸਰਦਾਰ ਬਰਜਿੰਦਰ ਸਿੰਘ ਨੂੰ ਦੇਹ ਅਰੋਗਤਾ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਅੰਗ ਸਿੰਘ ਸਹਾਈ ਹੋਣਾ। ਆਪ ਜੀ ਦੀਆਂ ਸਮੂਹ ਸੰਗਤਾਂ ਸੇਵਕ ਪਰਿਵਾਰ ਭਾਈ ਗੁਰਪ੍ਰੀਤ ਸਿੰਘ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਲੰਗਰ ਪ੍ਰਸ਼ਾਦ ਹਾਜ਼ਰਾ ਦਰ ਤੇ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਪਵਿੱਤਰ ਹੁਕਮਨਾਮਾ ਬਖਸ਼ੋ। ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ। ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਵਉਚ ਹੈ ਖੋ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ। खुआर होए सब मिलेंगे बच्चे शरण जो हो। वाहिगुरु नाम जहाज है जो शरदा कर सेम दे गुर पार उतारन हार। ठीकर फोर दलीर सिर प्रभुर किया प्यान। तेग बहादुर सी क्रिया करी ना किन्हू आन। तेग बहादुर के चलत भयो जगत को सोख। है सब जग भयो जय 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 सुरलोक। है सब जग भयो जय 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 सुरलोक। बोले सो निहाल। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। कबीर
ऐसी होए परी। मन को पावत कीन, मरने ते क्या डरपना। जप हाथ संधोरा लीन, सज्जन सच्चा पातशाह। सिर शाहां दै शाहो, जिस पास बैठिया सोही है। सबना दा वेसाहो, सो कहो टल गुरु सेविए। ऐनस सहज सुभाए, दर्शन परसै गुरु कै। जन्म मरण दुख जाए, होवै सिफत खसम दी। नूर अरसों कुरसों झटियै, तुद डिठे सच्चे पातशाह। मल जन्म जन्म दी कटियै, तुद डिठे सच्चे पातशाह। मल जन्म जन्म दी कटियै। सतनाम श्री वाहिगुरु साहिब जीओ। सोरठ महला नौवां। मन रे कौन कुमत तै लीनी। परदारा निंदिया रस रच्यो। राम भगत न कीनी। मन रे कौन कुमत तै लीनी। परदारा निंदिया रस रच्यो। राम भगत नह कीनी। रहाओ मुक्त पंथ जानो तै नाहन। तहन जोरन को तहाया। अंत संग काहू नहीं दीना। बिरथा आप बंधाया। ना हर भजयो ना गुरजन सेव्यो। न उपजो कछ ज्ञाना। घट ही माहे निरंजन तेरै। तैं खोज तू दयाना। बहुत जन्म पर मत तै हारियो। अस्थिर मत नहीं पाई। मानस देह पाए पद हर भज। नानक बात बताई। बहुत जन्म पर मत तै हारियो। अस्थिर मत नहीं पाई। मानस देह पाए पद हर भज। नानक बात बताई। वाहिगुरु जी का खालसा वाहिगुरु जी की फतेह। सतगुरां दी हजूरी अंदर जुड़ के बैठी गुरु रूप खालसा साध संगत जी। अज असी सारे ही तिलक जंजू राखा प्रभ तांका। कीनो बढ़ो कलू मैं साका। साहिब श्री गुरु तेग बहादुर जी। तेग बहादुर सिमरै कहर नौनिध आवै धाए। अज असी सारे ही नौवीं पातशाही का शहीदी दिहाड़ा मना रहे हाँ। सो जिस समय साहिब श्री गुरु तेग बहादुर साहब जी बहुत छोटे सन ते बहुत समा लम्मा समा समाधि ला के बैठ जाते सन ते भगती करते सन। ते उस समय माता नानकी जी ने गुरु हरगोबिंद साहब नूं इस बारे दसिया ते चिंता उन्होंने प्रगट की। ते उस समय साहब श्री गुरु हरगोबिंद साहब जी बड़े प्यार विच आए ते आखण लगे साडे पुत्र ने अगे चल के बहुत बड़ा कार्य करना है जिसकी तैयारी उसने आरंभ कर दी है। सो गुरु रूप खालसा साध संगत जी जिस समय सतगुरु ने आप गिरफ्तारी दी है। जदों कि आनंदपुर साहब विखे कश्मीर तो ब्राह्मण आए
ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਫਰਿਆਦ ਕੀਤੀ, ਸਤਿਗੁਰੂ ਜੀ ਸਾਡੇ ਮਜ਼ਹਬ ਨੂੰ ਬਚਾ ਲਓ। ਤੇ ਉਸ ਸਮੇਂ ਬਾਲਕ ਗੋਬਿੰਦ ਰਾਏ ਜੋ ਕਿ ਬਹੁਤ ਛੋਟੇ ਸਨ ਤੇ ਆਖਣ ਲੱਗੇ ਕੀ ਕਹਿੰਦੇ ਹਨ ਇਹ ਭੋਲੇ ਲੋਕ। ਤੇ ਉਸ ਸਮੇਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਮਹਾਪੁਰਸ਼ ਦੇ ਬਲਿਦਾਨ ਦੀ ਲੋੜ ਹੈ। ਤੇ ਉਸ ਸਮੇਂ ਬਾਲਕ ਗੋਬਿੰਦ ਰਾਏ ਜੀ ਆਖਣ ਲੱਗੇ ਸਤਿਗੁਰੂ ਜੀ ਆਪ ਜੀ ਤੋਂ ਵੱਡਾ ਮਹਾਪੁਰਸ਼ ਕੌਣ ਹੈ। ਤੇ ਉਸ ਸਮੇਂ ਫਿਰ ਸਤਿਗੁਰੂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਦਿਲਾਸਾ ਦਿੱਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਔਰੰਗਜ਼ੇਬ ਨੂੰ ਜਾ ਕੇ ਦੱਸੋ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਹਨ ਤੇ ਜੇ ਉਹ ਇਸਲਾਮ ਕਬੂਲ ਕਰ ਲੈਣਗੇ ਤੇ ਅਸੀਂ ਸਾਰੇ ਹੀ ਉਹਨਾਂ ਦੇ ਨਾਲ ਇਸਲਾਮ ਕਬੂਲ ਕਰ ਲਵਾਂਗੇ। ਤੇ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਤੁਰੇ ਹਨ ਤੇ ਸਤਿਗੁਰੂ ਜੀ ਜਦੋਂ ਕਿ ਗ੍ਰਿਫਤਾਰੀ ਦੇਣ ਵਾਸਤੇ ਪਹੁੰਚੇ ਹਨ, ਆਗਰੇ ਮਾਈ ਥਾਨ ਗੁਰਦੁਆਰਾ ਬਣਿਆ ਹੋਇਆ ਜਿਨ੍ਹਾਂ ਸੰਗਤਾਂ ਨੇ ਉੱਥੇ ਦਰਸ਼ਨ ਕੀਤੇ ਹੋਣਗੇ। ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਬਾਗ ਵਿੱਚ ਠਹਿਰੇ ਤੇ ਉੱਥੋਂ ਹੀ ਫਿਰ ਅਹਿਲਕਾਰਾਂ ਨੇ ਉਹਨਾਂ ਨੂੰ ਤਲਬ ਕੀਤਾ। ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ 5 ਸਿੰਘ ਸਨ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਉਦੋ ਜੀ, ਭਾਈ ਚੀਮਾ ਜੀ ਤੇ 5ਵੇਂ ਸਿੰਘ ਜਿਹੜੇ ਹੋਏ ਨੇ ਉਹ ਭਾਈ ਗੁਰਦਿੱਤਾ ਜੀ ਹੋਏ ਹਨ। ਇਤਿਹਾਸ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ MA ਨੇ ਲਿਖਿਆ ਹੈ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਪੁਸਤਕ ਨੂੰ ਮਾਨਤਾ ਪ੍ਰਾਪਤ ਹੋਈ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ ਪਹਿਲਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਭਾਈ ਮਤੀ ਦਾਸ ਨੂੰ, ਭਾਈ ਦਿਆਲਾ ਜੀ ਨੂੰ ਤਸੀਹੇ ਦਿੱਤੇ ਗਏ ਤੇ ਬਾਅਦ ਵਿੱਚ ਜਿਹੜੇ ਭਾਈ ਉਦੋ ਜੀ, ਭਾਈ ਚੀਮਾ ਜੀ ਜਿਹੜੇ ਕਿ ਮੈਦਾਨ ਜੰਗ ਵਿੱਚ ਸ਼ਹੀਦ ਹੋਏ ਤੇ 5ਵੇਂ ਸਿੰਘ ਜਿਹੜੇ ਸਨ ਉਹਨਾਂ ਨੂੰ ਬਾਅਦ ਵਿੱਚ ਰਿਹਾ ਕੀਤਾ ਸੀ ਕਿਸ ਵੇਲੇ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ। ਸੋ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਤੇ ਸਤਿਗੁਰੂ ਦਾ ਸੀਸ ਭਾਈ ਜੈਤੋ ਅਨੰਦਪੁਰ ਸਾਹਿਬ ਲੈ ਕੇ ਪਹੁੰਚ ਗਿਆ ਤੇ ਗੁਰੂ ਸਾਹਿਬਾਂ ਦੇ ਧੜ ਦਾ ਸੰਸਕਾਰ ਜਿੱਥੇ ਕਿ ਆਪ ਜੀ ਦਿੱਲੀ ਜਾਂਦੇ ਹੋ ਜਿਸ ਵੇਲੇ ਬੰਗਲਾ ਸਾਹਿਬ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਜੋ ਕਿ ਪਹਿਲਾਂ ਲੱਖੀ ਸਾਹਿਬ ਬਣਜਾਰੇ ਦਾ ਆਪਣਾ ਘਰ ਸੀ ਤੇ ਉਸਨੇ ਗੁਰੂ ਸਾਹਿਬਾਂ ਦੇ ਧੜ ਦਾ ਸੰਸਕਾਰ ਕੀਤਾ। ਸੋ ਸਤਿਗੁਰੂ ਜੀ ਕਹਿੰਦੇ ਨੇ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬਹੋਰ ਨਾ ਮਰਨਾ ਹੋਏ। ਸੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹਨਾਂ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ। ਸੋ ਮਜ਼ਹਬ ਨੂੰ ਬਚਾਉਣ ਵਾਸਤੇ ਇਸ ਸੰਸਾਰ ਦੇ ਅੰਦਰ ਸਤਿਗੁਰੂ ਨੇ ਕਿਹਾ ਉਸ ਅਕਾਲ ਪੁਰਖ ਦੇ ਬਣਾਏ ਹੋਏ ਸਾਰੇ ਹੀ ਮਜ਼ਹਬ ਹਨ ਤੇ ਇੱਕ ਮਜ਼ਹਬ ਜਿਹੜਾ ਹੈ ਉਹ ਕਦੇ ਵੀ ਕਾਇਮ ਨਹੀਂ ਰਹਿ ਸਕਦਾ। ਇਸ ਕਰਕੇ ਉਸਨੇ ਔਰੰਗਜ਼ੇਬ ਨੇ ਕੁਝ ਗੱਲਾਂ ਕਹੀਆਂ, ਕਲਮਾ ਪੜੋ, ਕਰਾਮਾਤ ਵਿਖਾਓ ਜਾਂ ਮੌਤ ਲਈ ਤਿਆਰ ਹੋ ਜਾਓ। ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਤੇ ਉਹਨਾਂ ਕਸ਼ਮੀਰੀ ਬ੍ਰਾਹਮਣਾਂ ਦੇ ਇਸ ਹਿੰਦੂ ਧਰਮ ਨੂੰ ਬਚਾਇਆ। ਸੋ ਸਤਿਗੁਰੂ ਦੇ ਜੀਵਨ ਤੋਂ ਸਾਨੂੰ ਸਾਰਿਆਂ ਨੂੰ ਇਹੀ ਸਿੱਖਿਆ ਮਿਲਦੀ ਹੈ, ਹਰ ਇੱਕ ਮਨੁੱਖ ਨੂੰ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੇ। ਤਾਂ ਇਹਦਾ ਮੀਨਿੰਗ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਸਿਮਰਨ ਵਿੱਚ ਹੀ 9 ਨਿਧੀਆਂ 18 ਸਿੱਧੀਆਂ ਤੇ 4 ਸਿਮਰਤੀਆਂ ਹਨ। ਸੋ ਆਓ ਸਮਾਪਤੀ ਤੋਂ ਉਪਰੰਤ ਸਤਿਗੁਰੂ ਨੇ ਇਹ ਪਵਿੱਤਰ ਹੁਕਮਨਾਮਾ ਸੋਰਠ ਮਹੱਲਾ 9ਵਾਂ ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬਾਣੀ ਉਚਾਰਨ ਕੀਤੀ ਹੈ। ਮਹਾਰਾਜ ਰਾਹੋ ਦੀ ਪੰਕਤੀ ਅੰਦਰ ਕਹਿੰਦੇ ਹਨ ਮੁਕਤ ਪੰਥ ਜਾਨੋ ਤੈ ਨਾਹਨ ਤਹਨ ਜੋਰਨ ਕੋ ਤਹਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਇਹ ਮਨੁੱਖ ਤੂੰ ਮੁਕਤੀ ਦਾ ਮਾਰਗ ਜਿਹੜਾ ਹੈ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਭਾਈ। ਗੁਰੂ ਦੇ ਬਿਨਾ ਗੁਰੂ ਦੇ ਸਿਮਰਨ ਤੋਂ ਬਿਨਾ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਤੇ ਮਨੁੱਖ ਨੇ ਆਪਣਾ ਜੀਵਨ ਜਿਹੜਾ ਹੈ ਸਾਰਾ ਜੀਵਨ ਧਨ ਇਕੱਠਾ ਕਰਨ ਵਿੱਚ ਹੀ ਲਾ ਦਿੱਤਾ ਹੈ। ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆ ਬੰਧਾਇਆ ਤੇ ਆਪਣਾ ਜੀਵਨ ਬਿਅਰਥ ਹੀ ਚਲਿਆ ਗਿਆ। ਸਤਿਗੁਰੂ ਜੀ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੇ ਲੀਨੀ ਐ ਮੇਰੇ ਮਨ ਤੂੰ ਕਿਹੜੀ ਭੈੜੀ ਮਤ ਲਈ ਹੋਈ ਹੈ। ਪਰਦਾਰਾ ਪਰਾਈ ਇਸਤਰੀ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਨਿੰਦਿਆ ਕਰਕੇ ਸੰਸਾਰ ਦੇ ਰਸਾਂ ਵਿੱਚ ਖਚਿਤ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਚੇਤੇ ਨਹੀਂ ਕੀਤਾ। ਸੋ ਸਤਿਗੁਰੂ ਦਾ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮਿਲੇ। ਸੋ ਆਓ ਅਗਲੇ ਸਮੇਂ ਵਾਸਤੇ ਸਾਡੇ ਸਭਾ ਦੇ ਚੇਅਰਮੈਨ ਭਾਈ ਸੁਰਜੀਤ ਸਿੰਘ ਜੀ ਸਿੱਧੂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤਾਂ ਵੱਲੋਂ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮੰਗਲਵਾਰ ਨਵੰਬਰ 24 ਨੂੰ ਸੀ, ਅਤੇ ਜੋ ਸਾਡਾ ਅੱਜ ਦਾ ਦੀਵਾਨ ਹੈ ਉਹ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੈ। ਇਸ ਸੰਬੰਧ ਵਿੱਚ ਮੈਂ ਭਾਈ ਸਤਪਾਲ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਦਾ, ਜਿਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ, ਅਤੇ ਭਾਈ ਸਤਪਾਲ ਸਿੰਘ ਜੀ ਅਤੇ ਸਰਦਾਰ ਰਣਧੀਰ ਸਿੰਘ ਜੀ, ਜਿਨ੍ਹਾਂ ਨੇ ਕਿ ਗੁਰੂ ਸਾਹਿਬ ਦੀ ਜੀਵਨੀ 'ਤੇ ਚਾਨਣਾ ਪਾਇਆ, ਮੈਂ ਉਹਨਾਂ ਦਾ ਬਹੁਤ ਬਹੁਤ ਸੰਗਤਾਂ ਵੱਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਦੂਸਰਾ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਸਾਡਾ ਜੋ ਐਤਵਾਰ ਦਾ ਪ੍ਰੋਗਰਾਮ ਹੈ ਉਹ ਰੈਗੂਲਰ ਹੋਏਗਾ, ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ ਉਹ ਨਵੰਬਰ 30 ਸੋਮਵਾਰ ਨੂੰ ਹੈ। ਸੋ ਉਸ ਦਿਨ ਸ਼ਾਮ ਨੂੰ ਸਪੈਸ਼ਲ ਦੀਵਾਨ ਸ਼ਾਮ ਨੂੰ 6 ਤੋਂ 8 ਵਜੇ ਤੱਕ ਲੱਗੇਗਾ, ਅਤੇ ਦੀਵਾਨ 6 ਵਜੇ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਸ਼ੁਰੂ ਹੋਵੇਗਾ, ਅਤੇ ਉਸ ਤੋਂ ਬਾਅਦ ਸੰਗਤਾਂ ਵੱਲੋਂ ਸ਼ਬਦ ਕੀਰਤਨ ਅਤੇ ਭਾਈ ਸਾਹਿਬ ਦਾ ਜੱਥਾ ਵੀ ਕੀਰਤਨ ਕਰੇਗਾ, ਭਾਈ ਜਸਵਿੰਦਰ ਸਿੰਘ ਜੀ ਵੀ ਕੀਰਤਨ ਕਰਨਗੇ, ਅਤੇ ਉਸ ਦੀ ਸਮਾਪਤੀ 8 ਵਜੇ ਹੋਵੇਗੀ, ਅਤੇ ਜੋ ਲੰਗਰ ਹੈ ਉਹ 7 ਵਜੇ ਸ਼ੁਰੂ ਕਰ ਦਿੱਤਾ ਜਾਵੇਗਾ। ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਹੀ ਜੋ ਅਖੰਡ ਪਾਠ ਹੈ ਉਹ ਗੁਰਦੁਆਰਾ ਸਾਹਿਬ ਵਿੱਚ ਸ਼ੁੱਕਰਵਾਰ ਸਵੇਰੇ ਦਸੰਬਰ 4 ਨੂੰ 8 ਵਜੇ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਭੋਗ ਐਤਵਾਰ ਨੂੰ ਸੁਬਾਹ 8 ਵਜੇ ਦੇ ਕਰੀਬ ਪਵੇਗਾ। ਅਤੇ ਜੋ ਐਤਵਾਰ ਦਾ ਜੋ ਸਾਡਾ ਉਸ ਦਿਨ ਦੀਵਾਨ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਹੀ ਹੋਵੇਗਾ। ਉਸ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ 9:30 ਵਜੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦੇ ਚੋਲਾ ਸੈਰੇਮਨੀ ਕਰਾਂਗੇ, ਚੋਲਾ ਬਦਲਿਆ ਜਾਵੇਗਾ, ਅਤੇ ਫਿਰ 10 ਤੋਂ 12:30 ਵਜੇ ਤੱਕ ਦੀਵਾਨ ਸਜੇਗਾ, ਅਤੇ ਉਸ ਵਿੱਚ ਵੀ ਭਾਈ ਸਤਪਾਲ ਸਿੰਘ ਜੀ ਦਾ ਜੱਥਾ, ਭਾਈ ਸੁਰਿੰਦਰ ਸਿੰਘ ਜੀ ਅਤੇ ਸੰਗਤਾਂ ਵਿੱਚੋਂ ਵੀ ਕੀਰਤਨ ਅਤੇ ਸ਼ਬਦ ਵਿਚਾਰਾਂ ਹੋਣਗੀਆਂ। ਸੋ ਆਸ ਹੈ ਕਿ ਤੁਸੀਂ ਸਭ ਉਸ ਵਿੱਚ ਗੁਰਦੁਆਰੇ ਅਗਰ ਨਹੀਂ ਆ ਸਕਦੇ ਤਾਂ ਅਸੀਂ ਉਹ ਲਾਈਵ ਸਟ੍ਰੀਮ ਕਰ ਰਹੇ ਹਾਂ ਸਾਰਾ ਪ੍ਰੋਗਰਾਮ, ਜਿਸ ਤਰ੍ਹਾਂ ਕਿ ਦੂਸਰੇ ਦੀਵਾਨ ਵੀ ਹੁੰਦੇ ਹਨ। ਸੋ ਆਸ ਹੈ ਕਿ ਤੁਸੀਂ ਉਹ ਸਭ ਦੀਵਾਨਾਂ ਵਿੱਚ ਜੁੜੋਗੇ। ਅਸੀਂ ਸੰਗਤਾਂ ਨੂੰ, ਜਿਨ੍ਹਾਂ ਦਾ ਸਾਡੇ ਕੋਲ ਈਮੇਲ ਹੈ, ਉਹ ਈਮੇਲ ਇਨਫੋਰਮੇਸ਼ਨ ਵੀ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਸਾਧ ਸੰਗਤ ਜੀ ਅੱਜ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ, ਅਤੇ ਆਸ ਕਰਦੇ ਹਾਂ ਕਿ ਤੁਸੀਂ ਐਤਵਾਰ ਨੂੰ ਸਾਡਾ ਜੋ ਰੈਗੂਲਰ ਦੀਵਾਨ ਹੈ ਅਤੇ ਫਿਰ ਸੋਮਵਾਰ ਨੂੰ ਜੋ ਸਪੈਸ਼ਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਦਾ ਦੀਵਾਨ ਹੈ ਉਸ ਵਿੱਚ ਸਾਡੇ ਨਾਲ ਸ਼ਾਮਲ ਹੋਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈਣ ਤੋਂ ਬਾਅਦ ਆਪ ਜੀ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ। ਸੋ ਬਹੁਤ ਹੀ ਸੇਵਕ ਪਰਿਵਾਰ, ਭਾਈ ਬਰਜਿੰਦਰ ਸਿੰਘ ਜੀ, ਬੀਬੀ ਅਮਰਜੀਤ ਕੌਰ, ਜੋ ਕਿ ਹਮੇਸ਼ਾ ਹੀ ਇੱਥੇ ਗੁਰੂ ਘਰ ਵਿੱਚ ਸੇਵਾ ਕਰਦੇ ਹਨ, ਉਹਨਾਂ ਦੇ ਪਰਿਵਾਰ ਨੇ ਅੱਜ ਦੇ ਲੰਗਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਸੇਵਾ ਕੀਤੀ ਹੈ। ਵਾਹਿਗੁਰੂ ਕੀਤੀ ਹੋਈ ਸੇਵਾ ਸਫਲੀ ਕਰੇ, ਪਰਿਵਾਰ ਵਿੱਚ ਸੁਖ ਸ਼ਾਂਤੀ, ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਤੇ ਬੀਬੀ ਜਸਵੰਤ ਕੌਰ ਗੁਲਾਟੀ ਨੂੰ ਸਿੱਧੀ ਕਾਲ ਆਪਣੇ ਚਰਨ ਕਮਲਾਂ ਵਿੱਚ ਨਿਵਾਸਾ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।